ਜਿਹੜਾ ਆ ਰਕਬਾ ਹੈ ਜੀ ਇੱਕ ਏਕੜ ਇਹ ਪੂਰਾ ਡਰੈਗਨ ਦਾ ਹੀ ਰਿਸਰਚ ਸੈਂਟਰ ਹੈ ਸਾਡਾ ਇਕੱਲਾ। ਇਹਦੇ 'ਚ ਸਾਰੀ 62 ਤਰ੍ਹਾਂ ਦੀਆਂ ਵੈਰਾਈਟੀਆਂ ਨੇ ਮੇਰੇ ਕੋਲੇ, ਉਹਦੇ ਤੇ ਰਿਸਰਚ ਕਰਦੇ ਆ। ਜਿਵੇਂ ਪੋਲੀਨੇਸ਼ਨ ਦਾ ਦੇਖਣਾ ਹੈ, ਫਿਰ ਗ੍ਰਾਫਟਿੰਗ ਦਾ, ਰੂਟ ਸਟਾਕ ਦਾ ਦੇਖਣਾ ਹੈ ਕਿ ਜੜ ਕਿਹੜੀ ਵਧੀਆ ਕਾਮਯਾਬ ਰਹੂਗੀ, ਕਿਹੜੀ ਵੈਰਾਈਟੀ ਕਮਰਸ਼ੀਅਲੀ ਵਾਇਬਲ ਹੈ, ਕਿਹੜੀ ਵੈਰਾਈਟੀ ਦਾ ਫਰੂਟ ਜ਼ਿਆਦਾ ਵਧੀਆ ਆਉਂਦਾ। ਪੂਰੇ ਭਾਰਤ ਦੇ ਵਿੱਚ ਜੇ ਗੱਲ ਕਰੀਏ ਤਾਂ ਤਕਰੀਬਨ ਕਿਸੇ ਕੋਲੇ ਸੀਗੀ ਨਹੀਂ ਉਦੋਂ ਯੈਲੋ ਵੈਰਾਈਟੀ ਦਾ ਕਿਸੇ ਨੂੰ ਪਤਾ ਵੀ ਨਹੀਂ ਸੀਗਾ। ਤੇ ਉਦੋਂ ਮੈਂ ਥਾਈਲੈਂਡ ਤੇ USA ਤੋਂ ਕੁਝ ਪਲਾਂਟਸ ਇੰਪੋਰਟ ਕੀਤੇ ਸੀਗੇ। ਇੱਦਾਂ ਖੰਭਾ ਲੱਗਦਾ, ਨਾਲ ਬੂਟੇ ਲੱਗਦੇ, ਟਾਇਰ ਲੱਗਦਾ, ਉੱਤੇ ਆ ਕੇ ਕਨੋਪੀ ਬਣਦੀ ਆ। ਇਹ 4-5 ਸਾਲਾਂ ਬਾਅਦ ਇਹੋ ਜਿਹਾ ਬੂਟਾ ਤਿਆਰ ਹੋ ਜਾਂਦਾ। ਇਹ ਜਦੋਂ ਤਿਆਰ ਹੋਊਗਾ ਮੇਨ ਖਰਚਾ ਹੀ ਇਸੇ ਚੀਜ਼ ਦਾ। ਜ਼ਿਆਦਾ ਮੀਂਹ ਪੈ ਜਾਂਦਾ ਜਾਂ ਘੱਟ ਮੀਂਹ ਪੈਂਦਾ, ਇਸ ਚੀਜ਼ ਨੂੰ ਲੈ ਕੇ ਕੋਈ ਇਹਦੇ ਤੇ ਇਫੈਕਟ ਪੈਂਦਾ ਹੈ? ਨਹੀਂ, ਡਰੈਗਨ ਨੂੰ ਕੋਈ ਦਿੱਕਤ ਨਹੀਂ। ਜੇ ਆਪਾਂ ਮੈਂ ਹੋਰ ਬਾਗਾਂ ਦੀ ਗੱਲ ਕਰਾਂ, ਕਿੰਨੂ ਦੇ ਬਾਗ ਵਿੱਚ ਨੁਕਸਾਨ ਹੋ ਸਕਦਾ। ਜਿਵੇਂ ਹੁਣ ਇਸ ਟਾਈਮ ਫੁੱਲ ਪੈਣ ਦਾ ਟਾਈਮ ਸੀਗਾ, ਬਰਸਾਤਾਂ ਆ ਗਈਆਂ, ਕਈ ਜਗ੍ਹਾ ਫੁੱਲ ਝੜ ਗਿਆ, ਫਰੂਟ ਨਹੀਂ ਬਣਿਆ। ਜੋ ਅਸੀਂ ਮੰਡੀ ਤੋਂ ਮੈਂ ਸ਼ੁਰੂਆਤ ਕੀਤੀ ਸੀਗੀ 180 ਰੁਪਏ ਕਿਲੋ ਤੋਂ ਸ਼ੁਰੂਆਤ ਕੀਤੀ ਸੀ, ਤੇ 220 ਰੁਪਏ ਕਿਲੋ ਤੱਕ ਵਿਕਦਾ। ਜੇ ਸਿੱਧਾ ਗਾਹਕ ਨੂੰ ਵੇਚਣਾ 300 ਤੋਂ ਲੈ ਕੇ 350 ਰੁਪਏ ਕਿਲੋ ਲਾਲ ਵਾਲੀ ਵੈਰਾਈਟੀ ਦੀ ਮੈਂ ਗੱਲ ਕਰ ਰਿਹਾ। ਜੇਕਰ ਤੁਸੀਂ ਮਿਹਨਤ ਕਰੋਗੇ ਇਸ ਖੇਤੀ ਦੇ ਉੱਤੇ, ਇਸ ਵੈਰਾਈਟੀ ਦੇ ਉੱਤੇ, ਤਾਂ ਉਹਦਾ ਮੁੱਲ ਨਾ ਜਿਹੜਾ ਫਲ ਆਪਾਂ ਨੂੰ ਮਿਲੂਗਾ ਜੀ, ਬਿਲਕੁਲ ਮਿਲੂਗਾ। ਦੇਖੋ ਹੁਣ ਅਸੀਂ ਟਰਾਇਲ ਦੇ ਤੌਰ ਤੇ ਬਲੈਕਬੇਰੀਆਂ ਵੀ ਲਾਈਆਂ ਐਤਕੀ, ਤੇ ਬਲੈਕਬੇਰੀ ਨੂੰ ਵੀ ਬਹੁਤ ਸੋਹਣਾ ਫਰੂਟ ਆਇਆ। ਜਿਵੇਂ ਆ ਲਾਲ ਕੇਲੇ ਲੱਗੇ ਆ ਜੀ, ਤੇ ਨਾਲ ਆ ਆਵਾਕਾਡੋ ਦੇ ਬੂਟਾ, ਇਹ ਆਵਾਕਾਡੋ ਹੈ। ਆਵਾਕਾਡੋ ਦੀਆਂ ਵੀ ਮੇਰੇ ਕੋਲ ਕਾਫੀ ਕਿਸਮਾਂ ਨੇ। ਇੱਧਰ ਆ ਗਿਆ ਥਾਈ ਲੌਂਗਨ ਹੈ ਜੀ, ਥਾਈ ਲੌਂਗਨ ਦੇ ਅੰਦਰ ਕਾਫੀ ਵੱਡੇ ਪਲਾਂਟ ਵੀ ਹੈਗੇ ਆ। ਆਹ ਕੌਫੀ ਦਾ ਪਲਾਂਟ ਹੈ, ਆਹ ਕੌਫੀ ਦੀ ਬੈਰੀਜ਼ ਬਣ ਗਈਆਂ ਹੋਈਆਂ ਨੇ, ਫਲਾਵਰਿੰਗ ਹੋ ਚੁੱਕੀ ਹੈ। ਇਹਨੂੰ ਕੁਮਕੁਆਟ ਹੈ, ਨਿੰਬੂ ਹੈ, ਚਕੋਤਰਾ ਹੈ, ਸੰਤਰਾ, ਮਸੰਮੀ ਹੈ। ਆਹ ਇੱਕ ਦਰਖਤ ਹੈ, ਜਿਵੇਂ ਇੱਕ ਦਰਖਤ ਤੇ 2 ਵੈਰਾਈਟੀਆਂ ਆਲਰੇਡੀ ਹੈਗੀਆਂ। ਜਿਵੇਂ ਆਹ ਦੇਖਿਆ ਜੀ, ਆਹ ਰਿਹਾ ਪੈਸ਼ਨ ਫਰੂਟ ਜੀ, ਆਹ ਹੁੰਦਾ ਜੀ ਪੈਸ਼ਨ ਫਰੂਟ। ਆਹ ਬੇਲ ਹੈ, ਇੱਥੋਂ ਇਹ ਹੁੰਦਾ। ਇਹ ਆ ਭਾਜੀ ਸੁਰੀਨਾਮ ਚੈਰੀ ਜੀ, ਤੇ ਤੁਸੀਂ ਆਹ ਦੇਖੋ, ਆਹ ਇਹਨੂੰ ਫਰੂਟਿੰਗ ਹੋ ਰਹੀ ਹੈ, ਇਹ ਚੈਰੀ ਲੱਗ ਰਹੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੈਂ ਹਾਂ ਸੁਖ ਦੁਲੇ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਜਿਹੜਾ ਨਾਮ ਹੈ ਉਹ ਸਭ ਤੋਂ ਪਹਿਲਾਂ ਆਉਂਦਾ ਹੈ। ਉੱਥੇ ਹੀ ਕਿਸਾਨੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਫਸਲਾਂ ਨੇ ਉਹ ਕਣਕ, ਝੋਨਾ, ਮੱਕੀ ਜਾਂ ਫਿਰ ਕਮਾਦ ਦੀਆਂ ਜਿਹੜੀਆਂ ਫਸਲਾਂ ਜ਼ਿਆਦਾ ਬੀਜੀਆਂ ਜਾਂਦੀਆਂ ਨੇ। ਪਰ ਅੱਜ ਅਸੀਂ ਇੱਕ ਅਜਿਹੇ ਇਨਸਾਨ ਦੇ ਕੋਲ ਪਹੁੰਚੇ ਹਾਂ, ਇੱਕ ਅਜਿਹੇ ਕਿਸਾਨ ਦੇ ਕੋਲ ਪਹੁੰਚੇ ਹਾਂ ਜਿਹੜਾ ਕਿਸਾਨ ਵੱਖੋ ਵੱਖਰੀ ਤਰ੍ਹਾਂ ਦੀ ਜਿਹੜੀ ਖੇਤੀ ਕਰਦਾ ਹੈ, ਜਿਨ੍ਹਾਂ ਦੇ ਵਿੱਚ ਡਰੈਗਨ ਫਰੂਟ ਦੀ ਖੇਤੀ ਵੀ ਕੀਤੀ ਜਾਂਦੀ ਹੈ। ਤੇ ਡਰੈਗਨ ਫਰੂਟ ਦੀਆਂ ਵੱਖੋ ਵੱਖਰੀਆਂ ਕਿਸਮਾਂ ਜਿਹੜੀਆਂ ਤੁਸੀਂ ਅੱਜ ਤੱਕ ਸ਼ਾਇਦ ਸੁਣੀਆਂ ਵੀ ਨਾ ਹੋਣ, ਉਹਨਾਂ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ ਇਹ ਖੇਤੀ ਹੋ ਰਹੀ ਹੈ, ਔਰ ਡਰੈਗਨ ਫਰੂਟ ਦੇ ਨਾਲ 300 ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਫਲ ਫਰੂਟ ਦੀਆਂ, ਉਹ ਵੀ ਇਸ ਫਾਰਮ ਦੇ ਉੱਤੇ ਲਗਾਈਆਂ ਗਈਆਂ ਨੇ। ਜੇਕਰ ਕਹੀਏ ਕਿ ਮਿੰਨੀ ਰਿਸਰਚ ਸੈਂਟਰ ਦੇ ਉੱਤੇ ਪਹੁੰਚੇ ਆ ਤਾਂ ਸ਼ਾਇਦ ਇਹ ਵੀ ਗਲਤ ਨਹੀਂ ਹੋਵੇਗਾ। ਮੇਰੇ ਪਿੱਛੇ ਤੁਹਾਨੂੰ ਡਰੈਗਨ ਫਰੂਟ ਦੇ ਜਿਹੜੇ ਬੂਟੇ ਆ ਉਹ ਇੱਥੇ ਨਜ਼ਰ ਆ ਰਹੇ ਹੋਣਗੇ। ਵੱਡੀ ਗਿਣਤੀ ਦੇ ਵਿੱਚ ਜਿਹੜੀ ਡਰੈਗਨ ਫਰੂਟ ਦੀ ਜਿਹੜੀ ਖੇਤੀ ਇੱਥੇ ਕੀਤੀ ਜਾ ਰਹੀ ਹੈ। ਇੱਕ ਵੱਡਾ ਰਕਬਾ ਜਿਹੜਾ ਡਰੈਗਨ ਫਰੂਟ ਦੀ ਖੇਤੀ ਦਾ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਤਸਵੀਰਾਂ ਦੇ ਵਿੱਚ। ਤਾਂ ਆਪਾਂ ਜਿਹੜੇ ਕਿਸਾਨ ਨੇ ਜੋ ਇਹ ਖੇਤੀ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਤਾਂ ਮੇਰੇ ਨਾਲ ਐਡਵੋਕੇਟ ਜਸਪ੍ਰੀਤ ਸਿੰਘ ਜੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਤਾਂ ਵੀਰੇ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਕਿ ਮਿੰਨੀ ਰਿਸਰਚ ਸੈਂਟਰ ਮੈਂ ਕਿਹਾ ਵਾ, ਔਰ ਮੈਨੂੰ ਲੱਗਦਾ ਇਹ ਸ਼ਬਦ ਸ਼ਾਇਦ ਗਲਤ ਨਹੀਂ ਹੋਏਗਾ, ਕਿਉਂਕਿ ਜਿੰਨੀਆਂ ਤੁਸੀਂ ਵੈਰਾਈਟੀਆਂ ਇੱਥੇ ਰੱਖੀਆਂ ਹੋਈਆਂ, ਜਿੰਨੀਆਂ ਵੈਰਾਈਟੀਆਂ ਦੀ ਖੇਤੀ ਇੱਥੇ ਕਰ ਰਹੇ ਹੋ, ਤਾਂ ਪੰਜਾਬ ਦੇ ਵਿੱਚ ਸ਼ਾਇਦ ਅਜਿਹੀ ਜਿਹੜੀ ਕਿਸਮ ਆਪਾਂ ਨੂੰ ਕਿਤੇ ਨਾ ਮਿਲੇ। ਔਰ ਪੰਜਾਬ ਵੀ ਛੱਡੋ, ਮੇਰੇ ਖਿਆਲ ਨਾਲ ਪੂਰੇ ਭਾਰਤ ਦੇ ਵਿੱਚ ਸ਼ਾਇਦ ਇਦਾਂ ਦੀ ਕਿਸਮਾਂ ਜਿਹੜੀ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਣਗੀਆਂ। ਨਹੀਂ ਬਿਲਕੁਲ ਜੀ। ਇਹ ਐਕਚੁਅਲੀ ਜਿਹੜਾ ਆ ਰਕਬਾ ਹੈ ਜੀ, ਇੱਕ ਏਕੜ, ਇਹ ਪੂਰਾ ਡਰੈਗਨ ਦਾ ਹੀ ਰਿਸਰਚ ਸੈਂਟਰ ਹੈ ਸਾਡਾ ਇਕੱਲਾ। ਇਹ ਤਕਰੀਬਨ ਜਿੰਨਾ ਆ 1 ਏਕੜ ਦਾ ਰਕਬਾ, ਇਹ ਅਸੀਂ ਇਹਦੇ 'ਚ ਸਾਰੀ 62 ਤਰ੍ਹਾਂ ਦੀਆਂ ਵੈਰਾਈਟੀਆਂ ਨੇ ਮੇਰੇ ਕੋਲੇ, ਉਹਦੇ ਤੇ ਰਿਸਰਚ ਕਰਦੇ ਆ। ਕਿ ਜਿਵੇਂ ਪੋਲੀਨੇਸ਼ਨ ਦਾ ਦੇਖਣਾ ਹੈ, ਫਿਰ ਗ੍ਰਾਫਟਿੰਗ ਦਾ, ਰੂਟ ਸਟਾਕ ਦਾ ਦੇਖਣਾ ਕਿ ਜੜ ਕਿਹੜੀ ਵਧੀਆ ਕਾਮਯਾਬ ਰਹੂਗੀ, ਕਿਹੜੀ ਵੈਰਾਈਟੀ ਕਮਰਸ਼ੀਅਲੀ ਵਾਇਬਲ ਹੈ, ਕਿਹੜੀ ਵੈਰਾਈਟੀ ਦਾ ਫਰੂਟ ਜ਼ਿਆਦਾ ਵਧੀਆ ਆਉਂਦਾ। ਉਸ ਤਰੀਕੇ ਨਾਲ ਇਹ ਸਾਰੀ ਵੈਰਾਈਟੀਆਂ ਦਾ ਰਿਸਰਚ ਕਰਦੇ ਹਾਂ ਅਸੀਂ। ਡਰੈਗਨ ਦਾ ਤੁਸੀਂ ਜ਼ਿਕਰ ਕੀਤਾ ਕਿ 62 ਤਰੀਕੇ ਦੇ ਜਿਹੜੇ ਫਰੂਟ ਆ ਡਰੈਗਨ ਦੀ ਖੇਤੀ ਆ ਜਿਹੜੀ ਤੁਸੀਂ ਕਰਦੇ ਹੋ, ਤਾਂ ਕੋਈ ਅਜਿਹੀ ਜਿਹੜੀ ਕਿਸਮ ਕੋਈ ਇੱਕ ਅੱਧੀ ਹੈ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਤੁਸੀਂ ਕੀਤੀ ਹੈ ਜਾਂ ਪੂਰੇ ਭਾਰਤ ਦੇ ਵਿੱਚ ਤੁਸੀਂ ਸ਼ੁਰੂ ਕੀਤੀ ਹੈ? ਜਿਹੜੀ ਜੀ ਯੈਲੋ ਵੈਰਾਈਟੀ, ਇਜ਼ਰਾਈਲੀ ਯੈਲੋ ਵੈਰਾਈਟੀ ਹੈ, ਤੇ ਇੱਕ ਪਲੋਰਾ ਵੈਰਾਈਟੀ ਹੈ। ਇਹ 2 ਕਿਸਮਾਂ ਨੇ। ਇਹਨਾਂ ਦਾ ਤਕਰੀਬਨ ਮੈਂ 2017 ਦੇ ਵਿੱਚ ਇੰਪੋਰਟ ਕੀਤੇ ਸੀਗੇ ਪਲਾਂਟ। ਯੈਲੋ ਵੈਰਾਈਟੀ ਬਹੁਤ ਰੇਅਰ ਸੀਗੀ ਪੰਜਾਬ ਦੇ ਵਿੱਚ, ਤਾਂ ਉਦੋਂ ਬਹੁਤ ਮੁਸ਼ਕਿਲ ਛੱਡੋ।
ਮਤਲਬ ਪੂਰੇ ਭਾਰਤ ਦੇ ਵਿੱਚ ਜੇ ਗੱਲ ਕਰੀਏ ਤਾਂ ਤਕਰੀਬਨ ਕਿਸੇ ਕੋਲੇ ਸੀਗੀ ਨਹੀਂ ਉਦੋਂ ਯੈਲੋ ਵੈਰਾਈਟੀ ਦਾ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਤੇ ਉਦੋਂ ਮੈਂ ਥਾਈਲੈਂਡ ਤੇ USA ਤੋਂ ਕੁਝ ਪਲਾਂਟਸ ਇੰਪੋਰਟ ਕੀਤੇ ਸੀਗੇ ਤੇ ਉਹਨਾਂ ਤੋਂ ਫਿਰ ਮਲਟੀਪਲਾਈ ਕਰਕੇ ਪ੍ਰੋਪਗੇਟ ਕਰਕੇ ਫਿਰ ਵਧਾ ਕੇ ਫਿਰ ਆਪਣੇ ਬਾਗ ਚ ਲਾਇਆ ਤਾਂ ਹੁਣ ਵਧੀਆ ਫਰੂਟ ਆ ਰਿਹਾ ਇਸ ਟਾਈਮ ਉਹਨਾਂ ਨੂੰ। ਤਾਂ ਵੀਰੇ ਜੇਕਰ ਡਰੈਗਨ ਫਰੂਟ ਦਾ ਇਹ ਜ਼ਿਕਰ ਕਰਾਂ ਇੱਥੇ, ਇਹ ਕਾਫੀ ਮਹਿੰਗੀ ਖੇਤੀ ਦੱਸਿਆ ਜਾਂਦਾ ਕਿ ਡਰੈਗਨ ਫਰੂਟ ਦੀ ਜਿਹੜੀ ਖੇਤੀ ਆਪਾਂ ਜੇਕਰ ਸ਼ੁਰੂ ਕਰਨਾ ਕੰਮ ਬਾਕੀ ਫਸਲਾਂ ਦੇ ਮੁਕਾਬਲੇ ਇਹਦੇ ਤੇ ਖਰਚਾ ਵੀ ਜ਼ਿਆਦਾ ਆਉਂਦਾ ਵਾ। ਤਾਂ ਕਿੰਨਾ ਕੁ ਖਰਚਾ ਆਉਂਦਾ ਜਦੋਂ ਪਹਿਲੀ ਵਾਰ ਕਿਸੇ ਕਿਸਾਨ ਨੇ ਇਹ ਖੇਤੀ ਸ਼ੁਰੂ ਕਰਨੀ ਆ ਤਾਂ ਉਹਦੇ ਲਈ ਕਿੰਨਾ ਕੁ ਖਰਚਾ ਆਪਾਂ ਮੰਨ ਕੇ ਚੱਲੀਏ ਕਿ ਇੰਨਾ ਖਰਚਾ 1 ਏਕੜ ਦਾ ਜਾਂ 1 ਬਿੱਗੇ ਦਾ ਵੀ ਇੰਨਾ ਕੁ ਖਰਚਾ ਆਏਗਾ ਤੇ ਫਿਰ ਉਸ ਤੋਂ ਬਾਅਦ ਜੇ ਨਫਾ ਜਿਹੜਾ ਆਪਾਂ ਲੈਣਾ, ਮੁਨਾਫਾ ਜਿਹੜਾ ਲੈਣਾ ਵਾ ਉਹ ਕਦੋਂ ਤੱਕ ਮਿਲ ਸਕਦਾ ਵਾ? ਇਹਦਾ ਜੀ ਜਿਹੜਾ ਮੇਨ ਇਹਦਾ ਖਰਚਾ ਜੀ ਸੀਮੈਂਟ ਦੇ, ਜਿਵੇਂ ਤੁਸੀਂ ਆ ਖੰਭੇ ਦੇਖਦੇ ਪਏ ਹੋ ਜਾਂ ਜਿਵੇਂ ਇਹ ਖੰਭਾ ਲੱਗਿਆ, ਖੰਭੇ ਦੇ ਦੁਆਲੇ 4 ਬੂਟੇ ਲੱਗਦੇ ਆ ਤੇ ਉੱਪਰ ਆ ਗਿਆ ਅਸੀਂ ਟਾਇਰ ਲਾਇਆ ਹੋਇਆ। ਜਿਵੇਂ ਕਿਸੇ ਹਲਕੇ ਆ ਖੰਭਾ ਦੇਖੋਗੇ ਤਾਂ ਤੁਸੀਂ ਨਾਲ ਦੇ ਖੰਭੇ ਤੇ ਐਦਾਂ ਖੰਭਾ ਲੱਗਦਾ, ਨਾਲ ਬੂਟੇ ਲੱਗਦੇ, ਟਾਇਰ ਲੱਗਦਾ, ਉੱਤੇ ਆ ਕੇ ਕਨੋਪੀ ਬਣਦੀ ਆ। ਇਹ 4-5 ਸਾਲਾਂ ਬਾਅਦ ਇਹੋ ਜਿਹਾ ਬੂਟਾ ਤਿਆਰ ਹੋ ਜਾਂਦਾ। ਇਹ ਜਦੋਂ ਤਿਆਰ ਹੋਊਗਾ ਮੇਨ ਖਰਚਾ ਹੀ ਇਸੇ ਚੀਜ਼ ਦਾ। ਇਹ ਜਿਹੜਾ ਇਨੀਸ਼ੀਅਲ ਇਨਵੈਸਟਮੈਂਟ ਜੇ ਇਕੱਲਾ ਖੰਭਿਆਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ 4-4.5 ਲੱਖ ਰੁਪਇਆ ਮਤਲਬ ਖਰਚਾ ਇਨੀਸ਼ੀਅਲ ਇਨਵੈਸਟਮੈਂਟ ਆ ਜਾਂਦੀ ਹੈ। ਜੇ ਬੂਟੇ ਬਾਟੇ, ਲੇਬਰ, ਖਾਦਾਂ, ਸਾਰਾ ਕੁਝ A to Z ਆਪਾਂ 1 ਸਾਲ ਦਾ ਖਰਚਾ ਕੱਢਣਾ ਤਾਂ ਪਹਿਲੇ ਸਾਲ ਦਾ ਜਿਹੜਾ ਖਰਚਾ 7 ਲੱਖ ਆਊਗਾ ਤੁਹਾਡਾ। ਤਾਂ 7 ਲੱਖ ਖਰਚਾ 1 ਸਾਲ ਦਾ। ਫਿਰ ਉਸ ਤੋਂ ਬਾਅਦ ਜਿਹੜਾ ਮੁਨਾਫਾ, ਹਰ ਬੰਦਾ ਚਾਹੁੰਦਾ ਵਾ ਕਿ ਜਲਦੀ ਨਾ ਸ਼ਾਰਟ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣ, ਹਰ ਇੱਕ ਦੀ ਇਹੀ ਡਿਮਾਂਡ ਹੁੰਦੀ ਹੈ। ਤਾਂ ਕਦੋਂ ਕੁ ਤੱਕ ਫਿਰ ਮੁਨਾਫਾ ਜਿਹੜਾ ਮਿਲਣਾ ਸ਼ੁਰੂ ਹੋ ਸਕਦਾ ਤੇ ਕਿੰਨਾ ਕੁ ਮਿਲ ਸਕਦਾ? ਇਹਦਾ ਮੁਨਾਫਾ ਜੀ ਆਪਾਂ ਵੈਸੇ ਤਾਂ ਇਹਨੂੰ ਫਰੂਟ ਲਾਏ, ਜੇ ਆਪਾਂ ਬੂਟਾ ਲਾਉਨੇ ਆ ਫਲਾਵਰਿੰਗ ਸੀਜ਼ਨ ਦੇ ਵਿੱਚ ਉਦੋਂ ਹੀ ਫਰੂਟ ਚੱਕ ਲੈਂਦਾ ਤੇ ਪਰ ਇਹਦੇ ਵਿੱਚ ਇਹ ਹੈ ਕਿ ਆਪਾਂ ਸਾਲ 1.5 ਸਾਲ ਬਾਅਦ ਰੱਖੀਦਾ ਕਿ 1.5 ਸਾਲ ਬਾਅਦ ਇਹਨੂੰ ਫਰੂਟ ਲੈਣਾ ਤੇ ਪਹਿਲੇ ਸਾਲ ਕੁਝ ਫਰੂਟ ਆਊਗਾ, ਉਹ ਕਮਰਸ਼ੀਅਲੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਬਹੁਤ ਮੁਨਾਫਾ ਦੇ ਜਾਊਗਾ। ਦੂਜੇ ਸਾਲ ਤੋਂ ਥੋੜਾ ਜਿਹਾ ਵੇਚਣ ਲਾਇਕ ਹੋ ਜਾਂਦਾ ਹੈ, ਤੀਜੇ ਸਾਲ ਤੇ ਚੌਥੇ ਸਾਲ ਬਹੁਤ ਸੋਹਣੀ ਫਰੂਟਿੰਗ ਹੋ ਜਾਂਦੀ ਹੈ। ਜੇ ਆਪਾਂ ਅੱਜ ਗੱਲ ਕਰੀਏ ਜੋ ਅੱਜ ਦਾ ਮਾਰਕੀਟ ਦਾ ਰੇਟ ਹੈ, ਜੋ ਅੱਜ ਦਾ ਮਾਰਕੀਟ ਰੇਟ ਹੈ, ਜੇ ਅੱਜ ਤੋਂ 4 ਸਾਲ ਪਹਿਲਾਂ ਬਾਗ ਲੱਗਿਆ ਹੋਊਗਾ ਤਾਂ ਵਧੀਆ 6-7 ਲੱਖ ਰੁਪਇਆ ਪ੍ਰੋਫਿਟ ਬਣਦਾ ਬੰਦੇ ਨੂੰ ਤੇ ਜੇ ਉਹੀ 5 ਸਾਲ ਦਾ ਬਾਗ ਹੋ ਜੇ ਉਹੀ 8 ਤੋਂ 10 ਲੱਖ ਪ੍ਰੋਫਿਟ ਆ ਜਾਂਦਾ। ਇਹ 1 ਸਾਲ ਦਾ ਪ੍ਰੋਫਿਟ ਹੈ? ਇਹ 1 ਸਾਲ ਦਾ ਪ੍ਰੋਫਿਟ ਹੈ ਤੇ ਇਹ ਮੈਂ ਅੱਜ ਦੇ ਮਾਰਕੀਟ ਰੇਟ ਦੇ ਹਿਸਾਬ ਨਾਲ ਗੱਲ ਕਰ ਰਿਹਾ, ਜੋ ਅੱਜ ਦਾ ਮਾਰਕੀਟ ਰੇਟ। ਤਾਂ ਤੁਸੀਂ 1 ਸਾਲ ਦਾ ਜੋ ਪ੍ਰੋਫਿਟ ਤਾਂ ਦੱਸ ਦਿੱਤਾ। ਜਿਵੇਂ ਇੱਕ ਚੀਜ਼ ਇੱਥੇ ਹੋਰ ਆ ਜਾਂਦੀ ਆ, ਤੁਸੀਂ ਜ਼ਿਕਰ ਕੀਤਾ ਸੀ ਪਹਿਲੇ ਸਾਲ ਜਦੋਂ ਅਸੀਂ ਬਾਗ ਲਗਾਉਨੇ ਆ ਤਾਂ 7 ਲੱਖ ਦੇ ਕਰੀਬ ਆਪਾਂ ਮੰਨ ਕੇ ਚੱਲੀਏ ਖਰਚਾ ਆਏਗਾ 1 ਏਕੜ ਦਾ। ਤਾਂ ਉਸ ਤੋਂ ਬਾਅਦ ਫਿਰ ਜਿਹੜੇ ਅਗਲੇ ਸਾਲ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਖਰਚਾ ਆਏਗਾ, ਉਦੋਂ ਕਿੰਨਾ ਖਰਚਾ ਤੁਹਾਨੂੰ ਜਿਹੜਾ ਇਨਵੈਸਟਮੈਂਟ ਆ ਜਿਹੜੀ ਉਹ ਕਰਨੀ ਪਏਗੀ ਤੇ ਫਿਰ ਪ੍ਰੋਫਿਟ ਦੇ ਲਈ ਆਪਾਂ ਜਿਹੜਾ ਕਹਿ ਸਕਦੇ ਹਾਂ ਕਿ ਬਾਗ ਤਿਆਰ ਹੋਏਗਾ? ਦੇਖੋ ਜੀ, ਜਿਹੜਾ ਪਹਿਲਾ ਮੇਨ ਮੋਟਾ ਖਰਚਾ ਪਹਿਲੇ ਸਾਲ ਹੀ ਆ ਜਾਣਾ, ਉਸ ਤੋਂ ਬਾਅਦ ਤੁਹਾਡਾ ਬਸ ਸਿਰਫ ਮੇਨਟੇਨੈਂਸ ਹੈ। ਜੇ ਤੁਸੀਂ ਆਪ ਖੁਦ ਸਾਂਭਦੇ ਹੋ ਤਾਂ ਤੁਹਾਨੂੰ ਲੇਬਰ ਦਾ ਖਰਚਾ ਬਚ ਸਕਦਾ ਹੈ। ਉਸ ਤੋਂ ਇਲਾਵਾ ਬਸ ਇਹਨੂੰ ਖਾਦ ਪੈਣੀ ਹੈ। ਖਾਦ ਦਾ ਮੋਟਾ ਦੇਖਿਆ ਜਾਵੇ ਤਾਂ 4-5 ਹਜ਼ਾਰ ਦਾ, ਵੱਧ ਤੋਂ ਵੱਧ 10,000 ਦਾ ਖਰਚਾ ਸਾਲ ਦਾ ਇਹਦਾ। ਤੇ ਸਪਰੇਅ ਨੂੰ ਬਹੁਤੇ ਹੈ ਨਹੀਂ, ਸਪਰੇਅ ਨੂੰ ਸਿਰਫ ਇੱਕ ਫੰਗਸ ਦੀ ਦਿੱਕਤ ਆਉਂਦੀ ਹੈ, ਫੰਜੀਸਾਈਡ ਦੀ। ਉਹ ਤੁਸੀਂ ਜੋ ਆਰਗੈਨਿਕ ਆਪਣੇ ਹੈਗਾ ਨੀਲਾ ਥੋਥਾ ਤੇ ਚੂਨਾ, ਜਿਹਨੂੰ ਬੋਰਡੋ ਮਿਕਸਚਰ ਕਹਿ ਦਿੰਦੇ ਆਪਾਂ, ਉਹ ਸਪਰੇਅ ਹੋਣਾ। ਉਹ ਸਾਲ ਦੇ ਵਿੱਚ 2 ਸਪਰੇਅ ਨੇ, ਇੱਕ ਸਰਦੀਆਂ ਤੋਂ ਪਹਿਲਾਂ, ਇੱਕ ਬਰਸਾਤਾਂ ਤੋਂ ਪਹਿਲਾਂ। ਉਹ ਪ੍ਰੀਵੈਂਟਿਵ ਸਪਰੇਅ ਨੇ। ਜੇ ਉਸ ਤੋਂ ਬਾਅਦ ਫੰਗਸ ਆਉਂਦੀ ਹੈ ਤਾਂ ਇਹੀ ਸਪਰੇਅ ਹੋਣਾ, ਉਸ ਤੋਂ ਇਲਾਵਾ ਇਹ ਤੇ ਕੋਈ ਸਪਰੇਅ ਨਹੀਂ ਹੈਗਾ ਤੇ ਉਹਦਾ ਬਹੁਤਾ ਖਰਚਾ ਨਹੀਂ ਹੈਗਾ। ਜੇ ਸਪਰੇਆਂ ਦੀ ਗੱਲ ਕਰਾਂ ਤਾਂ ਵੱਧ ਤੋਂ ਵੱਧ 1500-2000 ਰੁਪਏ ਤੋਂ ਵੱਧ ਨਹੀਂ ਲੱਗਦਾ ਇਹਦੇ ਸਪਰੇਆਂ ਦਾ। ਕਹਿਣ ਦਾ ਭਾਵ ਜਿਵੇਂ ਬਾਕੀ ਦੀਆਂ ਫਸਲਾਂ ਨੇ, ਕਣਕ ਜਾਂ ਝੋਨਾ ਲਾ ਲਈਏ ਆਪਾਂ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਸਪਰੇਅ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ। ਜੇਕਰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਫਿਰ ਖਰਚਾ ਹੋਰ ਵੀ ਵੱਧ ਜਾਂਦਾ ਵਾ ਉਹਨਾਂ ਚੀਜ਼ਾਂ ਦੇ। ਤਾਂ ਇਹਦੇ ਉੱਤੇ ਇੱਕ ਕਹਿ ਸਕਦੇ ਆ ਕਿ ਜਿਹੜੀਆਂ ਲਿਮਟਿਡ ਨੇ ਸਪਰੇਹਾਂ ਵੀ ਜਿਹੜੀਆਂ ਹੋਣੀਆਂ ਉਹ ਲਿਮਟਿਡ ਹੋਣੀਆਂ ਨੇ, ਜ਼ਿਆਦਾ ਨਹੀਂ ਹੋਣੀਆਂ। ਤੇ ਇੱਕ ਇੱਥੇ ਸਵਾਲ ਹੋਰ ਉੱਠਦਾ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਪੰਜਾਬ ਦੇ ਵਿੱਚ ਜਿਹੜਾ ਮੀਂਹ ਕਾਫੀ ਜ਼ਿਆਦਾ ਪਿਆ ਔਰ ਬੇਮੌਸਮਾ ਮੀਂਹ ਪਿਆ ਵਾ, ਜਿਹਦੇ ਕਰਕੇ ਕਣਕਾਂ ਨੇ ਜਿਹੜੀਆਂ ਬਹੁਤ ਨੁਕਸਾਨ ਹੋਇਆ। ਔਰ ਅਸੀਂ ਦੇਖਿਆ ਕਿ ਹੁਣ ਕਣਕ ਤਾਂ ਛੱਡੋ, ਤੂੜੀ ਦਾ ਵੀ ਜਿਹੜਾ ਲੋਕਾਂ ਨੂੰ ਸ਼ਾਇਦ ਤੂੜੀ ਵੀ ਨਾ ਨਿਕਲੇ ਨਾ, ਕਾਫੀ ਨੁਕਸਾਨ ਹੋਇਆ ਉਸ ਚੀਜ਼ ਦੇ ਵਿੱਚ। ਤਾਂ ਬਾਗ ਨੂੰ ਕੀ ਇਸ ਦਾ ਕੋਈ ਨੁਕਸਾਨ ਹੁੰਦਾ ਹੈ? ਮੌਸਮ ਨੂੰ ਲੈ ਕੇ ਜਿਹੜਾ ਕਿਵੇਂ ਦਾ ਮੌਸਮ ਹੋਣਾ ਚਾਹੀਦਾ ਇਸ ਬਾਗ ਦੇ ਲਈ, ਕਿ ਜਿਹੜਾ ਜਾਂ ਕੋਈ ਜ਼ਿਆਦਾ ਮੀਂਹ ਪੈ ਜਾਂਦਾ ਜਾਂ ਘੱਟ ਮੀਂਹ ਪੈਂਦਾ, ਇਸ ਚੀਜ਼ ਨੂੰ ਲੈ ਕੇ ਕੋਈ ਇਹਦੇ ਤੇ ਇਫੈਕਟ ਪੈਂਦਾ ਹੈ? ਨਹੀਂ, ਡਰੈਗਨ ਨੂੰ ਕੋਈ ਦਿੱਕਤ ਨਹੀਂ। ਜੇ ਆਪਾਂ ਮੈਂ ਹੋਰ ਬਾਗਾਂ ਦੀ ਗੱਲ ਕਰਾਂ, ਕਿੰਨੂ ਦੇ ਬਾਗ ਵਿੱਚ ਨੁਕਸਾਨ ਹੋ ਸਕਦਾ। ਕਿੰਨੂ ਦੇ ਬਾਗ ਦੇ ਵਿੱਚ ਕੀ ਨੁਕਸਾਨ ਹੋ ਸਕਦਾ? ਇੱਕ ਜਿਵੇਂ ਹੁਣ ਇਸ ਟਾਈਮ ਫੁੱਲ ਪੈਣ ਦਾ ਟਾਈਮ ਸੀਗਾ, ਬਰਸਾਤਾਂ ਆ ਗਈਆਂ, ਕਈ ਜਗ੍ਹਾ ਫੁੱਲ ਝੜ ਗਿਆ, ਫਰੂਟ ਨਹੀਂ ਬਣਿਆ। ਤੇ ਸੇਬਾਂ ਵਿੱਚ ਵੀ ਐਂ ਹੁੰਦਾ, ਪਰ ਡਰੈਗਨ ਦੇ ਵਿੱਚ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਡਰੈਗਨ ਦੇ ਵਿੱਚ ਜਿੰਨੀ ਇਹਨੂੰ ਬਰਸਾਤ ਆਊਗੀ ਉਨਾ ਇਹਦੇ ਲਈ ਵਧੀਆ। ਬਸ ਇਹ ਕਿ ਤੁਹਾਡੇ ਜੇ ਪਾਣੀ ਖੜਦਾ ਹੋਵੇ, ਥੋੜਾ ਜਿਹਾ ਉੱਚਾ ਬੈੱਡ ਕਰਕੇ ਲਾਓ, ਹੋਰ ਇਹਨੂੰ ਕੋਈ ਦਿੱਕਤ ਨਹੀਂ। ਜੇ ਇਹਦੇ ਤੇ ਮੀਂਹ ਹਨੇਰੀ ਝੱਖੜ ਵੀ ਆ ਜਾਵੇ, ਜੇ ਇਹਦਾ ਫਰੂਟ ਦਾ ਟਾਈਮ ਚੱਲਦਾ ਵੀ ਪਿਆ, ਇਹਦਾ ਬਸ ਇੱਕ ਸਿਫਤ ਹੈ ਕਿ ਇਹਨੂੰ ਇਕੱਠਾ ਫਰੂਟ ਨਹੀਂ ਆਉਂਦਾ। ਇਹਨੂੰ ਸੀਜ਼ਨ ਦੇ ਵਿੱਚ 5 ਤੋਂ 7 ਵਾਰੀ ਫਲਾਵਰਿੰਗ ਆਉਣੀ ਆ। ਮਤਲਬ ਇਕੱਠਾ ਜੇ ਇੱਕ ਪਾਸੇ ਫੁੱਲ ਆ ਰਿਹਾ
ਇੱਕ ਪਾਸੇ ਫਰੂਟ ਤੁਹਾਡਾ ਤੋੜਨ ਵਾਲਾ, ਇੱਕ ਪਾਸੇ ਕੱਚਾ ਫਰੂਟ ਹੈ ਤੇ ਇੱਕ ਪਾਸੇ ਫਲਾਵਰ ਡਿਵੈਲਪ ਹੋ ਰਿਹਾ। ਮਤਲਬ 5 ਵਾਰੀ ਫਲਾਵਰਿੰਗ ਆਉਣੀ ਹੈ 7 ਵਾਰੀ ਟੋਟਲ ਸੀਜ਼ਨ ਦੇ ਵਿੱਚ, ਮਈ ਤੋਂ ਲੈ ਕੇ ਅਕਤੂਬਰ ਤੱਕ। ਤੇ ਉਹਦੇ ਦੌਰਾਨ ਜੇ ਤੁਹਾਡਾ ਕੋਈ ਝੱਖੜ ਦੇ ਵਿੱਚ ਕੋਈ ਇੱਕ ਫਰੂਟ ਮਤਲਬ ਇੱਕ ਤੁਹਾਡਾ ਫਲਸ਼ ਜਿਹੜੀ ਹੈ ਫਲਾਵਰ ਦੀ ਖਰਾਬ ਹੋ ਵੀ ਗਈ ਤਾਂ ਤੁਹਾਡੇ ਕੋਲ ਤਕਰੀਬਨ 5 ਤੋਂ 6 ਫਲਸ਼ਾਂ ਹੋਰ ਪਈਆਂ ਨੇ। ਕਹਿਣ ਦਾ ਭਾਵ ਪੰਜਾਬ ਦਾ ਜਿਹੜਾ ਮੌਸਮ ਆ ਉਹ ਬਿਲਕੁਲ ਇਹਦੇ ਅਨੁਕੂਲ ਹੈ। ਬਿਲਕੁਲ ਜੋ ਮੌਸਮ ਡਰੈਗਨ ਫਰੂਟ ਦੀ ਖੇਤੀ ਦੇ ਲਈ ਚਾਹੀਦਾ ਉਹ ਪੰਜਾਬ ਦੇ ਵਿੱਚ ਉਹੀ ਮੌਸਮ ਹੈ। ਚਾਹੇ ਠੰਡ ਹੈ ਜ਼ਿਆਦਾ ਜਾਂ ਗਰਮੀ ਉਹਦਾ ਕੀ ਜ਼ਿਆਦਾ ਜੇ ਗਰਮੀ ਵੀ ਜ਼ਿਆਦਾ ਜੀ, ਇਹਦੇ ਲਈ ਬਚਾਅ ਲਈ ਗਰਮੀ ਦੇ ਬਚਾਅ ਲਈ ਇੱਕ ਹੋਰ ਚੀਜ਼ ਆਉਂਦੀ ਹੈ ਜਿਹੜਾ ਕਿ ਆਪਾਂ ਕਾਉਲਿਨ ਕਲੇ ਕਹਿੰਦੇ ਆ। ਉਹ ਚਾਈਨਾ ਕਲੇ ਹੁੰਦੀ ਹੈ, ਉਹ ਨਾ ਕਾਉਲਿਨ ਏਰੀਆ ਚਾਈਨਾ ਦੇ ਵਿੱਚ ਉੱਥੋਂ ਮਾਈਨ ਕੀਤਾ ਜਾਂਦਾ। ਉਹ ਇੱਕ ਤਰ੍ਹਾਂ ਦਾ ਪੀਓਪੀ ਵਰਗਾ ਮਿਕਸਚਰ ਹੁੰਦਾ ਵਾਈਟ ਕਲਰ ਦਾ, ਆਰਗੈਨਿਕ ਮਿੱਟੀ ਹੁੰਦੀ ਆ ਉਹ ਨਾ ਅਸੀਂ ਇਹਦੇ ਗਰਮੀਆਂ ਦੇ ਵਿੱਚ ਅਸੀਂ ਇਹਦੇ ਤੇ ਸਪਰੇਅ ਕਰ ਦਿੰਨੇ ਆ ਤੇ ਉਹ ਜਦੋਂ ਅਸੀਂ ਸਪਰੇਅ ਕਰਾਂਗੇ ਇਹਨੇ ਪੂਰਾ ਚਿੱਟਾ ਰੰਗ ਹੋ ਜਾਣਾ। ਜਦੋਂ ਗਰਮੀ ਦੇ ਵਿੱਚ ਸਾਨੂੰ ਲੱਗਦਾ ਕਿ 45 ਡਿਗਰੀ ਤੋਂ ਵੱਧ ਤਾਪਮਾਨ ਜਾਊਗਾ, ਡੈਮੇਜ ਹੋ ਸਕਦਾ, ਤਾਂ ਇਹ ਤੇ ਕਾਉਲਿਨ ਕਲੇ ਦਾ ਸਪਰੇਅ ਹੋ ਜਾਣਾ। ਉਹਨੇ ਇਹਦੇ ਉੱਤੇ ਚਿੱਟੀ ਪਰਤ ਬਣਾ ਦੇਣੀ ਆ। ਤੁਸੀਂ ਇਹ ਸੋਚ ਲਓ ਇੱਕ ਧੁੱਪੇ ਬੰਦਾ ਕਾਲਾ ਕੁੜਤਾ ਪਜਾਮਾ ਪਾ ਕੇ ਖੜਾ ਤੇ ਇੱਕ ਚਿੱਟਾ ਕੁੜਤਾ ਪਜਾਮਾ ਪਾ ਕੇ ਖੜਾ, ਮਤਲਬ ਵਾਈਟ ਕਲਰ ਰਿਫਲੈਕਟ ਕਰਦੀ ਆ ਲਾਈਟ ਨੂੰ। ਉਸ ਕਰਕੇ ਜੇ ਬਾਹਰ 45 ਡਿਗਰੀ ਆ ਤਾਂ ਬੂਟੇ ਨੇ ਆਪਣੇ ਤਾਪਮਾਨ 35 ਡਿਗਰੀ ਆ 35 ਤੋਂ 40 ਡਿਗਰੀ ਦੇ ਤਾਪਮਾਨ ਵਿੱਚ ਰਹਿਣਾ। ਤਾਂ ਗਰਮੀ ਤੋਂ ਵੀ ਬਚਾਉਣ ਦਾ ਹੱਲ ਹੈਗਾ, ਸਰਦੀ ਦੇ ਵਿੱਚ ਤਾਂ ਇਹਨੂੰ ਬਹੁਤੀ ਡੈਮੇਜ ਆਉਂਦੀ ਨਹੀਂ ਜੀ। ਤਾਂ ਵੀਰੇ ਜੇਕਰ ਫਲ ਦੀ ਗੱਲ ਕਰੀਏ ਜਿਵੇਂ ਤਾਂ ਜਿਹੜਾ ਫਿਰ ਫਲ ਹੁੰਦਾ ਵਾ ਉਹ ਕਿੱਦਾਂ ਸੇਲ ਕਰਦੇ ਹੋ ਜਾਂ ਕਿੰਨੇ ਰੁਪਏ ਕਿਲੋ ਵਿਕਦਾ, ਕੀ ਹਿਸਾਬ ਹੁੰਦਾ ਫਲ ਵੇਚਣ ਦਾ, ਕੀ ਹਿਸਾਬ ਹੈ, ਕਿਸ ਰੇਟ ਦੇ ਉੱਤੇ ਵਿਕਦਾ ਹੈ, ਉਹ ਚੀਜ਼ਾਂ ਵੀ ਜ਼ਰੂਰ ਸਮਝੀਏ। ਇਹਦਾ ਜੀ ਮੰਡੀ ਦੇ ਵਿੱਚ ਤਾਂ ਕਿਲੋ ਦੇ ਹਿਸਾਬ ਨਾਲ ਸੇਲ ਹੁੰਦਾ। ਜਦੋਂ ਅਸੀਂ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਸਾਡਾ ਹੋਲਸੇਲ ਮੰਡੀ ਦੇ ਵਿੱਚ ਅਲੱਗ ਰੇਟ ਹੁੰਦਾ, ਰਿਟੇਲ ਦਾ ਅਲੱਗ ਰੇਟ ਹੁੰਦਾ। ਇਹਦੇ ਵਿੱਚ ਜੋ ਅਸੀਂ ਮੰਡੀ ਤੋਂ ਮੈਂ ਸ਼ੁਰੂਆਤ ਕੀਤੀ ਸੀਗੀ 180 ਰੁਪਏ ਕਿਲੋ ਤੋਂ ਸ਼ੁਰੂਆਤ ਕੀਤੀ ਸੀ ਤੇ 220 ਰੁਪਏ ਕਿਲੋ ਤੱਕ ਵਿਕਦਾ। ਜੇ ਰਿਟੇਲ ਦੀ ਗੱਲ ਕਰਾਂ, ਜੇ ਸਿੱਧਾ ਗਾਹਕ ਨੂੰ ਵੇਚਣਾ 300 ਤੋਂ ਲੈ ਕੇ 350 ਰੁਪਏ ਕਿਲੋ ਲਾਲ ਵਾਲੀ ਵੈਰਾਈਟੀ ਦੀ ਮੈਂ ਗੱਲ ਕਰ ਰਿਹਾ। ਤੇ ਜੇ ਕੋਈ ਦੁਕਾਨ ਵਾਲਾ ਸਿੱਧਾ ਆਪਾਂ ਕਹਿੰਦੇ ਆਪਾਂ ਆੜ੍ਹਤੀ ਨੂੰ ਨਹੀਂ ਦੇਣਾ, ਕਿਸੇ ਦੁਕਾਨ ਵਾਲੇ ਨਾਲ ਸਿੱਧੀ ਗੱਲ ਕਰਨੀ ਹੈ, ਉਹ 210 ਤੋਂ ਲੈ ਕੇ 240 ਰੁਪਏ ਕਿਲੋ ਉਹ ਲੈ ਕੇ ਸੇਲ ਉਹਨਾਂ ਨੂੰ ਹੋ ਜਾਂਦਾ। ਤੇ ਜਿਹੜੀ ਪੀਲੀ ਵੈਰਾਈਟੀ ਹੈ ਯੈਲੋ ਵੈਰਾਈਟੀ ਉਹ ਮੇਰਾ 700 ਰੁਪਏ ਕਿਲੋ ਸੇਲ ਹੋਇਆ ਤੇ ਹੋਲਸੇਲ ਦੇ ਵਿੱਚ ਮੇਰਾ 480 ਰੁਪਏ ਕਿਲੋ ਸੇਲ ਹੋਇਆ ਯੈਲੋ ਵੈਰਾਈਟੀ। ਸਭ ਤੋਂ ਮਹਿੰਗਾ ਜਿਹੜਾ ਫਲ ਹੈ ਜੋ ਡਰੈਗਨ ਫਰੂਟ ਦੇ ਵਿੱਚ ਸਭ ਤੋਂ ਮਹਿੰਗਾ ਫਲ ਕਿਹੜਾ, ਕਿੰਨੇ ਰੁਪਏ ਦਾ ਉਹ, ਕਿਹੜੀ ਵੈਰਾਈਟੀ ਹੈ ਉਹਦੀ? ਉਹ ਜੀ ਮੇਰੇ ਕੋਲੇ ਜਿਹੜਾ ਸਭ ਤੋਂ ਮਹਿੰਗਾ ਫਲ ਹੈ ਉਹ ਐਕੁਆਡੋਰੀਅਨ ਪਲੋਰਾ ਵੈਰਾਈਟੀ ਹੈ। ਉਹ ਵੀ ਪੀਲਾ ਡਰੈਗਨ ਹੈ ਬਟ ਉਹਦੇ ਫਰੂਟ ਤੇ ਕੰਡਾ ਹੁੰਦਾ। ਉਹ ਜਦੋਂ ਅਸੀਂ ਹਾਰਵੈਸਟ ਕਰਾਂਗੇ ਤੋੜਾਂਗੇ ਕੰਡਾ ਉੱਤਰ ਜਾਣਾ ਹੈ ਉਹਦਾ, ਤੇ ਉਹ ਦੁਨੀਆ ਦਾ ਸਭ ਤੋਂ ਮਿੱਠਾ ਡਰੈਗਨ ਹੈ। ਅੱਛਾ ਜੀ। ਤੇ ਉਹ ਤਕਰੀਬਨ ਇੰਡੀਆ 'ਚ ਤਾਂ ਹੈ ਹੀ ਨਹੀਂ ਕਿਤੇ ਵੀ, ਫਰੂਟਿੰਗ ਕਿਤੇ ਨਹੀਂ ਹੈਗੀ ਉਹਦੀ। ਤੇ ਜੇ ਆ ਰਿਹਾ ਇੰਪੋਰਟ ਹੋ ਕੇ ਆ ਰਿਹਾ ਮਹਾਰਾਸ਼ਟਰ ਦੇ ਵਿੱਚ ਨੇਚਰਸ ਬਾਸਕਟ ਦੇ ਵਿੱਚ 4000 ਤੋਂ 4500 ਰੁਪਏ ਕਿਲੋ ਸੇਲ ਹੋ ਰਿਹਾ ਤੇ ਉਹ ਆਪਣੇ ਇਸ ਟਾਈਮ ਫਰੂਟਿੰਗ ਤੇ ਹੈ। ਤੇ ਤਕਰੀਬਨ ਇਸ ਸਾਲ ਕਮਰਸ਼ਲੀ ਤਾਂ ਨਹੀਂ, ਅਸੀਂ ਅਗਲੇ ਸਾਲ ਸੋਚ ਰਹੇ ਹਾਂ ਤਾਂ ਕਮਰਸ਼ੀਅਲ ਸਾਨੂੰ ਜੋ ਐਕਸਪੈਕਟਡ ਹੈਗਾ 800 ਰੁਪਏ ਤੋਂ ਲੈ ਕੇ 1500 ਰੁਪਏ ਕਿਲੋ ਦੇ ਵਿੱਚ ਉਹਦਾ ਸਾਨੂੰ ਰਿਟੇਲ ਮਿਲ ਜੂਗਾ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਤੁਸੀਂ ਮਿਹਨਤ ਕਰੋਗੇ ਇਸ ਖੇਤੀ ਦੇ ਉੱਤੇ, ਇਸ ਵੈਰਾਈਟੀ ਦੇ ਉੱਤੇ, ਤਾਂ ਉਹਦਾ ਮੁੱਲ ਹੈ ਨਾ ਜਿਹੜਾ ਫਲ ਆਪਾਂ ਨੂੰ ਮਿਲੂਗਾ ਜੀ, ਬਿਲਕੁਲ ਮਿਲੂਗਾ। ਦੇਖੋ ਹੁਣ ਅਸੀਂ ਟਰਾਇਲ ਦੇ ਤੌਰ ਤੇ ਬਲੈਕਬੇਰੀਆਂ ਵੀ ਲਾਈਆਂ ਐਤਕੀ ਤੇ ਬਲੈਕਬੇਰੀ ਨੂੰ ਵੀ ਬਹੁਤ ਸੋਹਣਾ ਫਰੂਟ ਆਇਆ। ਇਹ ਜੇ ਬਲੈਕਬੇਰੀ ਦੀ ਆਪਾਂ ਗੱਲ ਕਰੀਏ 425 ਰੁਪਏ ਤੋਂ 500 ਰੁਪਏ ਦੀ ਡੱਬੀ ਆਉਂਦੀ ਹੈ, 100 ਤੋਂ 125 ਗ੍ਰਾਮ ਦੀ ਹੁੰਦੀ ਹੈ ਤੇ ਉਹੀ 4000 ਰੁਪਏ 4500 ਰੁਪਏ ਕਿਲੋ ਹੋ ਗਈ ਰਿਟੇਲ ਦੀ। ਤੇ ਕਿਸਾਨ ਦੀ ਗੱਲ ਕਰੀਏ ਜੇ ਆਪਾਂ ਇਹ ਖੇਤੀ ਕਰ ਸਕਦੇ ਹਾਂ, ਜੇ ਆਪਾਂ ਨੂੰ ਲੋਕਲ ਆਪਾਂ ਨੂੰ ਜੇ 1500 ਰੁਪਏ 1000 ਰੁਪਏ ਕਿਲੋ ਵੀ ਇਹਦਾ ਮਿਲਣ ਲੱਗ ਜੇ, ਹੋਰ ਇਸ ਤੋਂ ਵੱਧ ਕੀ ਚਾਹੀਦਾ। ਬਿਲਕੁਲ, ਮੈਂ ਚਾਹੁੰਦਾ ਇੱਕ ਵਾਰ ਤੁਸੀਂ ਨਾ ਜਿਹੜਾ ਬੂਟਾ ਉਹ ਵੀ ਜ਼ਰੂਰ ਦਿਖਾ ਦਿਓ ਤਾਂ ਕਿ ਦਰਸ਼ਕ ਵੀ ਦੇਖ ਲੈਣ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੈਗੀਆਂ। ਇਹ ਬਲੈਕਬੇਰੀ ਦੇ ਬੂਟੇ ਆ ਜੀ, ਇਹ ਮੈਂ ਟਰਾਇਲ ਦੇ ਤੌਰ ਤੇ ਨਾ ਬਾਉਂਡਰੀ ਸਟਾਰਟਿੰਗ ਨਾਲ ਲਗਾਏ ਸੀਗੇ ਤੇ ਇਹਨਾਂ ਦੇ ਤੁਸੀਂ ਆਹ ਫਰੂਟ ਦੇਖ ਸਕਦੇ ਹੋ, ਆਹ ਫਰੂਟ ਆਇਆ ਹੋਇਆ ਇਹਨਾਂ ਤੇ ਜੀ। ਤੇ ਇਹ ਟਰਾਇਲ ਦੇ ਤੌਰ ਸੀ, ਇਹ ਪਿਛਲੇ ਸਾਲ ਦਾ ਜਿਹੜਾ ਮੇਰੇ ਕੋਲ ਆਏ ਸੀਗੇ ਪਲਾਂਟ, ਇਹ ਉਹਨਾਂ ਦੀ ਫਰੂਟਿੰਗ ਹੈ। ਅਗਲੇ ਸਾਲ ਇਹਦੇ ਤੇ ਆਉਣਾ, ਇਹਦੇ ਹਰ ਸਾਲ ਜਿਹੜੀ ਨਵੀਂ ਟਾਹਣੀ ਹੈ ਇਹਦੇ ਅਗਲੇ ਸਾਲ ਫਰੂਟ ਆਊਗਾ ਜੀ। ਜਿਹੜੀ ਪੁਰਾਣੀ ਟਾਹਣੀ ਆ ਉਹ ਤੇ ਉਸ ਸਾਲ ਫਰੂਟ ਆਉਂਦਾ, ਮਤਲਬ ਇਹ ਤੇ ਅਗਲੇ ਸਾਲ ਆਊਗਾ, ਇਹ ਤੇ ਹੁਣ ਆ ਰਿਹਾ ਆ ਫਰੂਟ ਆ ਰਿਹਾ ਜੀ। ਜੇਕਰ ਇਹਨਾਂ ਆਪਾਂ ਫਰੂਟਸ ਦੀ ਜਿਹੜਾ ਗੱਲ ਕਰੀਏ ਟਾਈਮਿੰਗ ਦਾ, ਜਿਸ ਤਰ੍ਹਾਂ ਆਪਣੇ ਕਣਕ ਜਾਂ ਝੋਨਾ ਹੋ ਗਿਆ ਉਹ ਇੱਕ ਟਾਈਮ ਆ 6 ਮਹੀਨੇ ਦੇ ਵਿੱਚ ਉਹ ਫਸਲ ਜਿਹੜੀ ਤਿਆਰ ਹੋ ਜਾਂਦੀ, ਉਸ ਤੋਂ ਬਾਅਦ ਆਪਾਂ ਕੱਟਦੇ ਆ ਤੇ ਅਗਲੇ ਮੌਸਮ ਦੀ ਫਸਲ ਬੀਜਦੇ ਆ। ਤਾਂ ਇਹ ਜਿਹੜੀ ਫਸਲ ਆ ਜਿਵੇਂ ਡਰੈਗਨ ਫਰੂਟ ਦਾ ਆਪਾਂ ਜ਼ਿਕਰ ਕੀਤਾ, ਇਹ ਮੇਰੇ ਖਿਆਲ ਨਾਲ 20 ਤੋਂ 25 ਸਾਲ ਦੇ ਕਰੀਬ ਇਹ ਬੂਟੇ ਜਿਹੜੇ ਚੱਲਦੇ ਆ, ਇੱਕ ਬੂਟਾ ਜਿਹੜਾ। ਤਾਂ ਜਿਹੜੀ ਇਹ ਵੈਰਾਈਟੀ ਆ ਇਹਨੂੰ ਕਿੰਨਾ ਟਾਈਮ ਮਿਲ ਜਾਂਦਾ ਔਰ ਤੁਹਾਡੇ ਕੋਲ ਜਿਹੜੇ ਡਰੈਗਨ ਦੇ ਆ ਉਹਨਾਂ ਦਾ ਕਿੰਨੇ ਸਾਲ ਦਾ ਟਾਈਮਿੰਗ ਹੈ ਜਿਹੜੀ? ਡਰੈਗਨ ਦਾ ਇਦਾਂ ਜੀ, ਡਰੈਗਨ ਦਾ ਜਿਹੜੇ ਮੈਂ ਵੀਅਤਨਾਮ 'ਚ ਫਾਰਮਰ ਨਾਲ ਜੁੜਿਆ ਹੋਇਆ ਉਹਨਾਂ ਦੇ 40 ਸਾਲ ਪੁਰਾਣੇ ਬਾਗ ਹੈਗੇ ਆ ਜੀ। ਤੇ ਡਰੈਗਨ ਦੀ ਗੱਲ ਕਰੀਏ ਤਾਂ 40 ਸਾਲ ਚੱਲੂਗਾ। ਬਲੈਕਬੇਰੀ ਦਾ ਸਾਡਾ ਟਰਾਇਲ ਹੈ, ਇਸ ਸਾਲ ਪਹਿਲਾ ਸਾਲ ਹੈ, ਪਰ ਬਲੈਕਬੇਰੀ ਦਾ ਵੀ ਜੇ ਗੱਲ ਕਰੀਏ ਤਾਂ ਘੱਟੋ ਘੱਟ 5-10 ਸਾਲ ਜਾਂ 15 ਸਾਲ ਤੱਕ ਚੱਲਣਗੇ। ਬਾਕੀ ਟਰਾਇਲ ਹੈ, ਇਹ ਤੇ ਜ਼ਿਆਦਾ ਮੈਂ ਉਹ ਨਹੀਂ ਕਰ ਸਕਦਾ, ਸਪੈਕੂਲੇਟ ਨਹੀਂ ਕਰ ਸਕਦਾ, ਬਟ ਫਿਰ ਵੀ ਦੇਖਿਆ ਜਾਵੇ
ਸਟ੍ਰਾਬੇਰੀ ਨਾਲੋਂ ਕਿਤੇ ਵਧੀਆ। ਜਿਵੇਂ ਸਟ੍ਰਾਬੇਰੀ ਆਪਣੇ ਪੰਜਾਬ 'ਚ ਚੱਲਦੀ ਪਈ ਆ, ਨੋ ਡਾਊਟ ਵਧੀਆ ਕਰਦੇ। ਮੈਂ ਵੀ ਇੱਕ ਬੈੱਡ ਲਾਇਆ ਸਟ੍ਰਾਬੇਰੀ ਦਾ, ਟਰਾਇਲ ਕੀਤਾ, ਉਹਨੂੰ ਵੀ ਫਰੂਟਿੰਗ ਬਹੁਤ ਜ਼ਿਆਦਾ ਆਈ ਹੈ। ਪਰ ਬਲੈਕਬੇਰੀ ਜਿਵੇਂ ਇੱਕ ਵਾਰੀ ਬੂਟਾ ਲਾਤਾ, ਇਹਦੇ ਬਾਰ-ਬਾਰ ਨਹੀਂ ਲਾਉਣ ਦੀ ਲੋੜ। ਸਟ੍ਰਾਬੇਰੀ ਕੀ ਹੈ ਕਿ ਹਰ ਸਾਲ ਬੂਟੇ ਲਾਉਣੇ ਪੈਂਦੇ ਆ, ਉਹ ਤੇ ਹਰ ਸਾਲ ਤੁਹਾਨੂੰ 2.5 ਤੋਂ 3 ਲੱਖ ਦਾ ਖਰਚਾ ਖੜਾ ਹੈ। ਬਲੈਕਬੇਰੀ ਦਾ ਵਨ ਟਾਈਮ ਕਾਸਟ ਹੈ, ਜਿਵੇਂ ਡਰੈਗਨ ਦੀ ਹੈ। ਕਹਿਣ ਦਾ ਭਾਵ ਹੈ ਕਿ ਇੱਕ ਵਾਰ ਜਿਹੜੀ ਚੀਜ਼ ਆਪਾਂ ਲਗਾਈ ਆ ਉਹਦੇ ਤੋਂ ਉਸ ਤੋਂ ਮੁਨਾਫਾ ਲੈ ਸਕਦੇ ਆ, ਉਹਨੂੰ ਵਧੀਆ ਕਰਕੇ ਆਪਾਂ ਉਹਦੇ ਤੇ ਟਾਈਮ ਲਗਾ ਕੇ ਮਿਹਨਤ ਕਰਕੇ। ਬਿਲਕੁਲ ਇੱਥੇ ਹੋਰ ਵੈਰਾਈਟੀਆਂ ਵੀ ਕਾਫੀ ਸਾਨੂੰ ਦੇਖਣ ਨੂੰ ਮਿਲਦੀਆਂ, ਜਿਵੇਂ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਉਹਦਾ ਵੀ ਜ਼ਰੂਰ ਇੱਥੇ। ਹਾਂ, ਜਿਵੇਂ ਆ ਲਾਲ ਕੇਲੇ ਲੱਗੇ ਆ ਜੀ, ਤੇ ਨਾਲ ਆਵਾਕਾਡੋ ਦੇ ਬੂਟਾ, ਇਹ ਆਵਾਕਾਡੋ ਹੈ। ਆਵਾਕਾਡੋ ਦੀਆਂ ਵੀ ਮੇਰੇ ਕੋਲ ਕਾਫੀ ਕਿਸਮਾਂ ਨੇ। ਤੇ ਨਾਲ ਇੱਧਰ ਆ ਗਿਆ ਥਾਈ ਲੌਂਗਨ ਹੈ ਜੀ। ਥਾਈ ਲੌਂਗਨ ਦੇ ਅੰਦਰ ਕਾਫੀ ਵੱਡੇ ਪਲਾਂਟ ਵੀ ਹੈਗੇ ਆ। ਆ ਕਾਫੀ ਦਾ ਪਲਾਂਟ ਹੈ, ਆ ਕਾਫੀ ਦੀ ਬੈਰੀਜ਼ ਲੱਗ ਗਈ, ਬਣ ਗਈਆਂ ਹੋਈਆਂ ਨੇ, ਫਲਾਵਰਿੰਗ ਹੋ ਚੁੱਕੀ ਹੈ ਇਹਨੂੰ। ਤੇ ਕਾਫੀ ਦਾ ਤੁਸੀਂ ਜ਼ਿਕਰ ਕੀਤਾ, ਮਾਫ ਕਰਨਾ ਮੈਂ ਤੁਹਾਨੂੰ ਰੋਕ ਰਿਹਾ। ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਸ਼ਾਇਦ ਨਹੀਂ ਆਪਣੇ ਕੀਤੀ ਜਾਂਦੀ। ਨਹੀਂ, ਇਹਦੀ ਹੈ ਨਹੀਂ ਜੀ। ਇਹਦਾ ਬੂਟਾ ਵੀ ਤੁਹਾਨੂੰ ਮਿਲਣਾ ਸ਼ਾਇਦ ਔਖਾ ਹੈ, ਜੋ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਕਿਸੇ ਕੋਲ ਇਹਦਾ ਬੂਟਾ ਵੀ ਨਹੀਂ ਹੈਗਾ। ਇਹਨੂੰ ਮੈਂ 4-5 ਸਾਲ ਤੋਂ ਬਚਾਇਆ ਹੋਇਆ ਤੇ ਆਹ ਦਰਖਤ ਦੇ ਥੱਲੇ, ਸਿਲਵਰ ਓਕ ਦੇ ਦਰਖਤ ਥੱਲੇ ਲਾਇਆ ਹੋਇਆ। ਇਹਨੂੰ ਜਿਵੇਂ ਸਵੇਰ ਦੀ ਤੇ ਸ਼ਾਮ ਦੀ ਧੁੱਪ ਮਿਲਦੀ ਆ, ਦੁਪਹਿਰ ਦੀ ਜੋ ਕੜਾਕੇਦਾਰ ਧੁੱਪ ਆ ਉਹ ਨਹੀਂ ਮਿਲਦੀ, ਉਸ ਕਰਕੇ ਬਚਿਆ ਹੋਇਆ। ਸਾਊਥ ਦੇ ਵਿੱਚ ਇਹਦੀ ਜਿਹੜੀ ਪਲਾਂਟੇਸ਼ਨ ਹੈ ਉਹ ਵੀ ਇਦਾਂ ਹੀ ਚੱਲਦੀ ਹੈ ਜੀ। ਤੇ ਨਾਲ ਪੈਸ਼ਨ ਫਰੂਟ ਦੀ ਬੇਲ ਲੱਗੀ ਹੋਈ ਆ, ਉੱਤੇ ਬੇਲ ਚੜੀ ਹੋਈ ਆ, ਇਹਨੂੰ ਬਹੁਤ ਫਰੂਟਿੰਗ ਆਈ ਹੋਈ ਸੀਗੀ। ਤੇ ਇਹਦਾ ਫਰੂਟ ਥੱਲੇ ਇੱਥੇ ਅਸੀਂ ਬਹੁਤ ਐਤਕੀ ਕੰਜ਼ਿਊਮ ਕੀਤਾ। ਤੇ ਨਾਲ ਆ ਅੰਜੀਰ ਲੱਗੇ ਹੋਏ ਆ, ਤੇ ਕੁਮਕੁਆਟ ਹੈ, ਨਿੰਬੂ ਹੈ, ਚਕੋਤਰਾ ਹੈ, ਸੰਤਰਾ, ਮਸੰਮੀ ਆ। ਆ ਇੱਕ ਦਰਖਤ ਆ, ਜਿਵੇਂ ਇੱਕ ਦਰਖਤ ਤੇ 2 ਵੈਰਾਈਟੀਆਂ ਆਲਰੇਡੀ ਹੈਗੀਆਂ। ਅੱਛਾ ਜੀ। ਮਤਲਬ ਇੱਕੋ ਬੂਟਾ ਇਹਦੇ ਤੇ 2 ਵੈਰਾਈਟੀਆਂ। ਪਹਿਲਾਂ 3 ਹੁੰਦੀਆਂ ਸੀ, ਉਹ ਨਿੰਬੂ ਵਾਲਾ ਟੁੱਟ ਗਿਆ ਇੱਥੋਂ ਬੂਟਾ। ਤੇ ਆ ਜਿਵੇਂ ਕਿੰਨੂ ਹੈ ਤੇ ਆ ਚਕੋਤਰਾ ਹੈ। ਤੁਸੀਂ ਆ ਦੇਖੋ, ਹੁਣ ਇੱਕ ਟਾਈਮ ਤੇ ਆ ਕਿੰਨੂ ਲੱਗਿਆ ਹੋਇਆ ਤਾਂ ਚਕੋਤਰਾ ਲੱਗਿਆ ਹੋਇਆ। ਆ ਇੱਕੋ ਬੂਟਾ, ਇੱਕੋ ਬੂਟੇ ਦੇ 2 ਚੀਜ਼ਾਂ ਨੇ। ਇਹਦੇ ਵਿੱਚ ਜਿਹੜੀ ਜੜ ਹੈ ਉਹ ਅਲੱਗ-ਅਲੱਗ ਲਗਾਈ ਗਈ ਹੈ ਜਾਂ ਕਿੱਦਾਂ? ਇਹ ਨਹੀਂ, ਇਹ ਬੂਟਾ ਐਕਚੁਅਲੀ ਕਿੰਨੂ ਦਾ ਸੀਗਾ ਤੇ ਉੱਤੇ ਮੈਂ ਗ੍ਰਾਫਟਿੰਗ ਕੀਤੀ ਸੀ ਚਕੋਤਰੇ ਦੀ। ਤੇ ਫਿਰ ਮੈਂ ਨਿੰਬੂ ਦੀ ਵੀ ਕੀਤੀ, ਮਸੰਮੀ ਦੀ ਵੀ ਕੀਤੀ। ਇਹ ਬੂਟੇ ਦੇ ਤਕਰੀਬਨ ਮੇਰਾ ਹੈ ਅੰਦਾਜ਼ਾ ਕਿ ਤੇ ਮੈਂ 10-15 ਸਿਟਰਸ ਦੀਆਂ ਵੈਰਾਈਟੀਆਂ ਕਰ ਦੂੰਗਾ। ਇਹ ਮੇਰੀ ਰਿਸਰਚ ਹੈ ਕਿ ਜੇ ਕਿਸੇ ਕੋਲੇ ਜਗ੍ਹਾ ਘੱਟ ਹੋਵੇ, ਇੱਕ ਬੂਟੇ ਦੀ ਜਗ੍ਹਾ ਹੋਵੇ, ਕੋਈ ਕਹਿੰਦਾ ਮੈਨੂੰ ਨਿੰਬੂ ਚਾਹੀਦਾ, ਕੋਈ ਕਹਿੰਦਾ ਮੈਨੂੰ ਸੰਤਰਾ ਚਾਹੀਦਾ, ਤੇ ਇੱਕ ਦਰਖਤ ਦੇ ਜੇ 4-5 ਵੈਰਾਈਟੀਆਂ ਹੋਣ, ਹਰ ਕੋਈ ਇੱਕ ਘਰ 'ਚ ਫਿਰ ਹਰ ਚੀਜ਼ ਆਪਣਾ ਰੱਖ ਸਕਦਾ। ਭਾਵੇਂ ਕਿ ਘੱਟ ਜਗ੍ਹਾ ਦੇ ਵਿੱਚ ਆਪਾਂ ਨੂੰ ਜ਼ਿਆਦਾ ਜਿਹੜੀਆਂ ਵੈਰਾਈਟੀਆਂ ਉਹ ਮਿਲ ਜਾਂਦੀਆਂ। ਹਾਂਜੀ, ਜਿਵੇਂ ਆਹ ਰੱਖਿਆ ਜੀ, ਆਹ ਰਿਹਾ ਪੈਸ਼ਨ ਫਰੂਟ ਜੀ। ਆਹ ਹੁੰਦਾ ਜੀ ਪੈਸ਼ਨ ਫਰੂਟ, ਆਹ ਬੇਲ ਹੈ, ਇੱਥੋਂ ਇਹ ਹੁੰਦਾ। ਤੇ ਇਹ ਪਰਪਲ ਵੈਰਾਈਟੀ ਹੈ, ਇਹਦੇ 'ਚ ਵੀ ਮੇਰੇ ਕੋਲੇ 3 ਵੈਰਾਈਟੀਆਂ ਨੇ। ਇੱਕ ਆ ਪਰਪਲ ਹੈ, ਇੱਕ ਯੈਲੋ ਹੈ, ਤੇ ਇੱਕ ਹੁਣ ਨਵੀਂ ਸਵੀਟ ਵੈਰਾਈਟੀ ਆ ਔਰੇਂਜ। ਇਹ ਥੋੜੇ ਜਿਹੇ ਖੱਟੇ ਪੰਚ ਹੁੰਦੀਆਂ, ਇਹ ਪ੍ਰੋਸੈਸਿੰਗ 'ਚ ਕੰਮ ਆਉਂਦੀਆਂ। ਇਹ ਜਦੋਂ ਆਪਾਂ ਪ੍ਰੋਸੈਸਿੰਗ ਲਈ, ਜਿਵੇਂ ਰੀਅਲ ਜੂਸ ਹੋ ਗਿਆ ਜਾਂ ਉਹ ਜੂਸ ਵਗੈਰਾ, ਉਹਨਾਂ ਲਈ ਜਾਂਦੀ ਹੈ ਜੀ। ਤਾਂ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਵੱਖੋ ਵੱਖਰੀਆਂ ਵੈਰਾਈਟੀਆਂ ਪੰਜਾਬ ਦੇ ਵਿੱਚ ਸਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ। ਹਾਂਜੀ ਹਾਂਜੀ। ਕਾਫੀ ਦਾ ਜ਼ਿਕਰ ਕਰ ਲਈਏ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਪੰਜਾਬ 'ਚ ਨਹੀਂ ਦੇਖਣ ਨੂੰ ਮਿਲਦੀਆਂ। ਤੁਸੀਂ ਇਹਦਾ ਇੱਕ ਫਾਰਮ ਜਿਹੜਾ ਪ੍ਰੋਪਰ ਤਿਆਰ ਕੀਤਾ ਹੋਇਆ, ਤਾਂ ਅੱਗੇ ਵੀ ਬਹੁਤ ਸਾਰੀਆਂ ਵੈਰਾਈਟੀਆਂ ਨੇ ਜੀ, ਆਪਾਂ ਉਹਨਾਂ ਦੇ ਵੱਲ ਵੀ ਚੱਲਦੇ ਹਾਂ। ਅੱਗੇ ਵੀਰੇ ਇੱਥੇ ਜਿਹੜੀਆਂ ਨਰਸਰੀ ਦੇ ਤੌਰ ਦੇ ਉੱਤੇ ਲੱਗ ਰਹੇ ਆ, ਕਿ ਜਿਹੜਾ ਬੇਲ ਆਪਾਂ ਤਿਆਰ ਕੀਤੀ ਜਾਂ ਕਲਮਾਂ ਕਹਿ ਲਈਏ, ਜਿਸ ਤਰ੍ਹਾਂ ਕਲਮਾਂ ਲਗਾਉਣੇ ਤਾਂ ਡਰੈਗਨ ਦੀਆਂ ਕਲਮਾਂ ਨੇ ਸਾਰੀਆਂ। ਇਹਦੇ 'ਚ ਡਰੈਗਨ ਦੀ ਜੀ, ਜਿਵੇਂ ਇੱਥੋਂ ਪੱਟ ਕੇ ਅਸੀਂ ਖੇਤ 'ਚ ਲਾਤੇ ਆ, ਇੱਥੇ ਫਿਰ ਨਵੀਆਂ ਕਲਮਾਂ ਲੱਗਣਗੀਆਂ। ਉਹ ਜਿਵੇਂ ਤੁਸੀਂ ਸਾਹਮਣੇ ਟੇਪ ਲੱਗੇ ਦੇਖਦੇ ਹੋ, ਉਹ ਗ੍ਰਾਫਟਿੰਗ ਹੁੰਦੀ ਆ। ਉਹ ਮੈਂ ਆਪ ਹੀ ਗ੍ਰਾਫਟਿੰਗ ਕਰਦਾ, ਨਾਲ ਸਾਡਾ ਬੰਦਾ ਉਹ ਗ੍ਰਾਫਟਿੰਗ ਕਰਦਾ, ਤੇ ਅਸੀਂ ਇਹ ਬੂਟੇ ਤਿਆਰ ਕਰਦੇ ਆ। ਇਹ ਗ੍ਰਾਫਟਿੰਗ ਕਰਕੇ ਫਿਰ ਇਹ ਤੇ ਨਵੀਆਂ ਵੈਰਾਈਟੀਆਂ ਜਿਹੜੀ ਅਸੀਂ ਲਾਉਣੀ ਹੁੰਦੀ ਆ, ਉਹ ਅਸੀਂ ਇਹਦੇ ਉੱਤੇ ਗ੍ਰਾਫਟ ਕਰਕੇ ਨਾਲ ਬਕਾਇਦਾ ਤਰੀਕ ਲਿਖ ਦਿੰਨੇ ਆ ਕਿ ਵੀ ਇਹ ਫਲਾਨਾ ਵੈਰਾਈਟੀ ਆ ਤੇ ਆਹ ਤਰੀਕ ਨੂੰ ਗ੍ਰਾਫਟ ਕੀਤੀ ਆ। ਤੇ ਨਾਲ ਹੀ ਅਸੀਂ ਆ ਜਿਵੇਂ ਪਪੀਤੇ ਦੇ ਕੁਝ ਪਨੀਰੀ ਤਿਆਰ ਕਰ ਰਹੇ ਆ, ਆਵਾਕਾਡੋ ਦੀ ਪਨੀਰੀ ਆ, ਉਹ ਰੈੱਡ ਡਾਇਮੰਡ ਅਮਰੂਦ ਹੈ, ਲੌਂਗਨ ਹੈ। ਤੇ ਨਵੀਂ ਜਿਵੇਂ ਤੁਹਾਨੂੰ ਮੈਂ ਇੱਕ ਦੱਸਦਾ ਪਿਆ ਸੀ ਵੈਰਾਈਟੀ ਦੀ, ਮੈਂ ਤੁਹਾਨੂੰ ਇੱਕ ਦਿਖਾਉਣਾ। ਤੇ ਇਹਦੇ ਵਿੱਚ ਨਾ ਜਿਵੇਂ ਆਹ ਚੀਜ਼ ਹੈ, ਆਹ ਡਰੈਗਨ ਦੇ ਆ ਜਿਵੇਂ ਬੀ ਨੇ। ਅਸੀਂ ਇਹ ਡਰੈਗਨ ਦੇ 2 ਵੈਰਾਈਟੀਆਂ ਨੂੰ ਸਿਲੈਕਟ ਕਰਕੇ, ਡਰੈਗਨ ਦੀਆਂ ਨਾ 2 ਵੈਰਾਈਟੀਆਂ ਨੂੰ ਸਿਲੈਕਟ ਕਰਕੇ, ਜਿਵੇਂ ਉਹਨਾਂ ਦਾ ਮਦਰ ਤੇ ਫਾਦਰ ਸਿਲੈਕਟ ਕਰਦੇ ਆ, ਯੈਲੋ ਵੈਰਾਈਟੀ ਤੇ ਰੈੱਡ ਵੈਰਾਈਟੀ ਨੂੰ ਕ੍ਰਾਸ ਪੋਲੀਨੇਟ ਕਰਕੇ, ਤੇ ਉਹਨਾਂ ਦਾ ਜਿਹੜਾ ਫਰੂਟ ਹੋਇਆ ਉਹਦੇ ਸੀਡਸ ਨੂੰ ਗਰੋ ਕਰਕੇ ਡਰੈਗਨ ਦੇ ਜਿਵੇਂ ਪੱਪ ਕਹਿ ਲਓ, ਬੱਚੇ ਕਹਿ ਲਓ, ਉਹ ਤਿਆਰ ਕੀਤੇ ਆ। ਇਹ ਛੋਟੇ ਛੋਟੇ ਡਰੈਗਨ ਸੀਡਲਿੰਗ ਨੇ। ਜੇ ਇਹਨਾਂ ਤੋਂ ਫਰੂਟ ਲੈਣਾ ਤਾਂ ਤਕਰੀਬਨ 6 ਸਾਲ ਲੱਗੂਗਾ। ਮਤਲਬ ਜੇ ਵੈਰਾਈਟੀ ਤਿਆਰ ਕਰਨੀ ਹੈ ਤਾਂ ਮੈਨੂੰ 6-7 ਸਾਲ ਬਾਅਦ ਪਤਾ ਲੱਗੂਗਾ ਕਿ ਕਿਹੜੀ ਵੈਰਾਈਟੀ ਹੈ ਔਰ ਇਹਦੇ ਤੋਂ ਕਿੰਨਾ ਕ ਆਪਾਂ ਨੂੰ ਬੈਨੀਫਿਟ ਮਿਲ ਸਕਦਾ। ਕਿਹੜੀ ਵੈਰਾਈਟੀ ਕਮਰਸ਼ੀਅਲੀ, ਪਰ ਇਹਨੂੰ ਗ੍ਰਾਫਟਿੰਗ ਕਰਕੇ ਅਸੀਂ 2 ਸਾਲ ਦੇ ਵਿੱਚ ਲਿਆਵਾਂਗੇ, ਪਤਾ ਕਰ ਲੂਗਾ ਕਿ ਇਹਦੇ 'ਚ ਸਾਡੀ ਵੈਰਾਈਟੀ ਸਹੀ ਤਿਆਰ ਹੁੰਦੀ ਹੈ ਕਿ ਨਹੀਂ ਹੁੰਦੀ। ਕਹਿਣ ਦਾ ਭਾਵ ਹੈ ਕਿ ਪਹਿਲਾਂ ਇੱਕ ਵਾਰ ਤੁਹਾਨੂੰ ਵੀ ਅੱਗੇ ਜਿਹੜਾ ਚੈੱਕ ਕਰਵਾਉਣਾ ਪਏਗਾ, ਜਿਹੜੇ ਰਿਸਰਚ ਸੈਂਟਰ ਨੇ ਉੱਥੇ ਜਾ ਕੇ ਜਾਂ ਗੱਲਬਾਤ ਕਰਨੀ ਪਏਗੀ। ਉਸ ਤੋਂ ਬਾਅਦ ਤੁਹਾਨੂੰ
ਕਨਫਰਮ ਹੋ ਸਕਦਾ ਹੈ ਕਿ ਹਾਂ ਜਿਹੜੀ ਵੈਰਾਈਟੀ ਤਿਆਰ ਕੀਤੀ ਗਈ ਆ ਉਹ ਕਦੋਂ ਕਿ ਤੁਹਾਨੂੰ ਮੁਨਾਫਾ ਦੇ ਸਕਦੀ ਹੈ ਜਾਂ ਕੀ ਮੁਨਾਫਾ ਮਿਲੇਗਾ ਵੀ ਜਾਂ ਨਹੀਂ? ਬਿਲਕੁਲ। ਆ ਬਾਕੀ ਸਾਰੀਆਂ ਅਲੱਗ-ਅਲੱਗ ਵੈਰਾਈਟੀਆਂ ਡਰੈਗਨ ਦੀਆਂ ਇਹ ਸੈਂਪਲ ਦੇ ਤੌਰ ਤੇ ਰੱਖ ਲੀਆਂ ਨੇ ਕਿ ਇੱਥੇ ਜੇ ਕਿਸੇ ਨੇ ਦੇਖਣੀਆਂ ਹੋਣ ਤਾਂ ਇੱਕ ਇੱਥੇ ਰੱਖਿਆ ਹੋਇਆ। ਜਿਵੇਂ ਅਲੱਗ-ਅਲੱਗ ਜਿਵੇਂ ਮੈਕ ਡਰੈਗਨ ਹੈ, ਬੇਬੀ ਸਿਰਾਡੋ ਹੈ, ਵੈਰੀਗੇਟਡ ਯੈਲੋ ਹੈ। ਆ ਵੈਰੀਗੇਟਡ ਯੈਲੋ ਹੈ ਜਿਹੜਾ ਇਹਦਾ ਪੱਤਾ ਹੀ ਪੀਲਾ ਹੁੰਦਾ। ਅੱਛਾ ਜੀ। ਜਿਹੜਾ ਇਹਦਾ ਟਾਹਣੀ ਆਉਣੀ ਹੈ ਪੂਰੀ ਪੀਲੀ ਹੀ ਰਹਿਣੀ ਹੈ, ਜਿਵੇਂ ਬਾਕੀ ਹਰਾ ਹੁੰਦਾ ਨਾ ਇਹ ਪੀਲਾ ਹੀ ਰਹੂਗਾ। ਤੇ ਕੋਲੰਬੀਅਨ ਯੈਲੋ ਹੈ, ਗੋਡਜ਼ਿਲਾ ਹੈ, ਟ੍ਰੀਸ਼ੀਆ, ਮਤਲਬ ਕਾਫੀ ਹੈ। ਤੇ ਵੀਰੇ ਜੇਕਰ ਡਰੈਗਨ ਦੇ ਜਿਹੜੀਆਂ ਕਲਮਾਂ ਨੇ, ਜੇਕਰ ਆਪਾਂ ਪਨੀਰੀ ਦੀ ਗੱਲ ਕਰੀਏ ਕਿ ਇਹ ਪਨੀਰੀ ਆ, ਇਹਦਾ ਕੀ ਰੇਟ ਹੁੰਦਾ? ਕੋਈ ਨਵਾਂ ਮੰਨ ਲਓ ਮੁੰਡਾ ਕੋਈ ਜਾਂ ਕਿਸਾਨ ਕੋਈ ਇਸ ਖੇਤੀ ਦੇ ਵੱਲ ਆਉਣਾ ਚਾਹੁੰਦਾ ਹੋਵੇ ਤੇ ਇਹਦਾ ਜਿਹੜਾ ਖਰਚਾ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ 7 ਲੱਖ ਦਾ ਕਰੀਬ ਇੱਕ ਏਕੜ ਦਾ ਜਿਹੜਾ ਖਰਚਾ ਆਉਂਦਾ, ਮੰਨ ਲਓ ਕੋਈ ਸ਼ਾਰਟ ਤੌਰ ਦੇ ਉੱਤੇ ਜਿਹੜਾ ਅਪਣਾ ਕੇ ਦੇਖਣਾ ਚਾਹੁੰਦਾ ਵਾ, ਕੋਈ ਘੱਟ ਏਰੀਏ ਦੇ ਵਿੱਚ, ਘੱਟ ਰਕਬੇ ਦੇ ਵਿੱਚ ਸ਼ੁਰੂ ਕਰਨਾ ਚਾਹੁੰਦਾ, ਤਾਂ ਪਨੀਰੀ ਆ ਜਿਹੜੀ ਇਹਦਾ ਕਿੰਨਾ ਕੁ ਖਰਚਾ ਆਉਂਦਾ ਵਾ? ਇਹਦਾ ਅਲੱਗ-ਅਲੱਗ ਵੈਰਾਈਟੀ ਦੇ ਹਿਸਾਬ ਨਾਲ ਹੁੰਦਾ ਜੀ, ਪਰ ਜਿਹੜਾ ਅਸੀਂ ਸੁਜੈਸਟ ਕਰਦੇ ਹਾਂ ਜੇ ਕਿਸੇ ਨੇ ਕਮਰਸ਼ੀਅਲੀ ਹਜੇ ਲਾਉਣਾ ਤਾਂ ਉਹ ਪਹਿਲਾਂ ਲਾਲ, ਜਿਹੜਾ ਅੰਦਰੋਂ ਲਾਲ ਹੈ ਉਹ ਲਾਉਣ, ਤੇ ਉਹਦਾ ਤਕਰੀਬਨ 40 ਤੋਂ 50 ਰੁਪਏ ਬੂਟਾ ਦਾ ਰੇਟ ਹੈ, ਜਿਹੜਾ ਕਿ 4-5 ਸਾਲ ਪੁਰਾਣੇ ਬੂਟੇ ਤੋਂ ਲਿਆ ਹੋਇਆ। ਨਹੀਂ ਤਾਂ ਅੱਜ ਕੱਲ ਕਈ ਲੋਕ ਕੀ ਕਰ ਰਹੇ ਆ ਕਿ ਅੱਜ ਬਾਗ ਲਾਇਆ, ਸਾਲ ਦੇ ਵਿੱਚ ਹੀ ਉਹ ਚੋਂ ਪਨੀਰੀ ਤਿਆਰ ਕਰਕੇ ਵੇਚਣ ਲੱਗ ਗਏ ਆ। ਉਹ ਨਹੀਂ ਉਦਾਂ ਕਰਨਾ ਚਾਹੀਦਾ। ਉਦਾਂ ਕੀ ਹੈ, ਜਿਹੜਾ ਕਿਸਾਨ ਲਾਊਗਾ ਉਹਨੂੰ ਫਰੂਟ ਲਈ ਘੱਟੋ ਘੱਟ 3 ਸਾਲ ਉਹਨੇ ਅੱਗੇ ਹੋ ਜਾਣਾ। ਉਹਦੇ ਲਈ ਟਾਈਮ ਲੱਗੇਗਾ ਤੇ ਕਈ ਵਾਰ ਬੰਦੇ ਦਾ ਫਿਰ ਇੰਨਾ ਸਬਰ ਵੀ ਨਹੀਂ ਹੁੰਦਾ। ਉਹ ਫਿਰ ਬੰਦਾ ਕਹਿੰਦਾ ਕਿ ਵੀ ਖੇਤੀ ਫੇਲ ਹੈ। ਬਿਲਕੁਲ, ਉਹਦੇ ਤੱਕ ਕਿਉਂਕਿ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੋਏਗੀ, ਉਹਨੂੰ ਟਾਈਮ ਦਾ ਨਹੀਂ ਪਤਾ ਹੋਏਗਾ, ਤਾਂ ਉਹਦੇ ਲਈ ਪ੍ਰੋਬਲਮਸ ਹੋ ਸਕਦੀਆਂ ਨੇ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਇੱਥੇ ਅੱਗੇ ਵੀ ਹੋਰ ਵੀ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਨਜ਼ਰ ਆ ਰਹੀਆਂ ਨੇ ਫਲਾਂ ਦੀਆਂ। ਇਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਇੱਥੇ? ਇਹ ਤਾਂ ਸਾਡਾ ਜੰਗਲ ਹੈ ਜੀ। ਇਹਦੇ ਚ ਸੇਬ ਹੈਗਾ, ਆਲੂ ਬੁਖਾਰਾ ਹੈ, ਖੁਰਮਾਨੀ ਹੈ, ਲੀਚੀ ਹੈ, ਲੁਗਾਟ ਹੈ, ਆੜੂ ਹੈ, ਸੁਰੀਨਾਮ ਚੈਰੀ ਹੈ, ਲੈਮਨ ਵਿੱਚ ਬੁੱਧਾ ਹੈਂਡ ਲੈਮਨ ਹੈ, ਤੇ ਬੱਬੂ ਕੁਸ਼ ਹੈ, ਨਾਕ ਹੈ, ਮਾਲਟ ਹੈ, ਮਤਲਬ ਬਹੁਤ ਕੁਛ ਹੈ, ਚੀਕੂ ਹੈ। ਤੁਸੀਂ ਸੇਬ ਦਾ ਜ਼ਿਕਰ ਕੀਤਾ ਵੀਰੇ, ਤਾਂ ਸੇਬ ਦੀ ਵੈਰਾਈਟੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਿੰਨੀ ਕੁ ਕਾਮਯਾਬ ਹੈ? ਸੇਬ ਵਧੀਆ ਕਾਮਯਾਬ ਹੈ ਜੀ। ਇਹ ਲੋ ਚਿਲਿੰਗ ਵੈਰਾਈਟੀ ਹੈ, ਜਿਹੜਾ ਕਿ ਆਪਣਾ ਇਜ਼ਰਾਈਲ ਦੀ ਡਿਵੈਲਪ ਕੀਤੀਆਂ ਹੋਈਆਂ ਨੇ। ਇਹ ਮਾਫ ਕਰਿਓ, ਥੋੜਾ ਜਿਹਾ ਜੰਗਲ ਜ਼ਿਆਦਾ ਬਣਿਆ ਹੋਇਆ, ਇਹ ਥੋੜੀ ਬਰਸਾਤਾਂ ਹੋ ਗਈਆਂ ਸੀ, ਘਾਹ ਬਹੁਤ ਵੱਧ ਗਿਆ, ਤੇ ਐਤਕੀ ਅਸੀਂ ਸੇਬਾਂ ਦੀ ਨਾ ਪ੍ਰੂਨਿੰਗ ਕਰਾਈ ਹੈ ਜੀ। ਤੇ ਐਤਕੀ ਫਲ ਨਹੀਂ ਲੈਣਾ ਇਹਨਾਂ ਤੋਂ ਅਸੀਂ, ਫਿਰ ਵੀ ਕੁਝ ਬੂਟਿਆਂ ਤੋਂ ਫਲ ਲੈ ਲਿਆ ਜੀ। ਜਿਵੇਂ ਆਹ ਬੂਟਾ ਜੀ, ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਜੀ, ਕਿਉਂਕਿ ਸਾਡੇ ਜ਼ਿਆਦਾ ਹੋ ਗਏ ਸੀਗੇ ਤੇ ਅਸੀਂ ਪ੍ਰੂਨਿੰਗ ਕਰਾਤੀ ਸੀਗੀ। ਬਾਕੀ ਆਹ ਕੁਝ ਬੂਟੇ ਤੋਂ ਅਸੀਂ ਸੇਬ ਰੱਖ ਲਿਆ, ਜਿਵੇਂ ਘਰ ਜੋਗਾ ਖਾਣਾ ਹੁੰਦਾ। ਤੇ ਆਹ ਤੁਸੀਂ ਸੇਬ ਦੇਖ ਸਕਦੇ ਹੋ, ਸੇਬ ਇਹ 골ਡਨ ਡੋਰਸਟ ਵੈਰਾਈਟੀ ਆ। ਅੱਛਾ ਜੀ। ਤੇ ਸੇਬ ਬਹੁਤ ਸੋਹਣਾ ਲੱਗਦਾ, ਮਤਲਬ ਭਰ ਕੇ ਗੁੱਛੇ ਲੱਗਦੇ ਆ। ਟੇਸਟ ਦਾ ਵੀਰੇ ਜੇਕਰ ਗੱਲ ਕਰੀਏ, ਜਿਸ ਤਰੀਕੇ ਨਾਲ ਬਾਕੀ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਆ, ਉਹਦੇ ਨਾਲ ਟੇਸਟ ਦਾ ਕੀ ਫਰਕ ਹੁੰਦਾ ਇਹਨਾਂ ਦੇ ਵਿੱਚ? ਜੂਸੀ ਤੇ ਕ੍ਰਿਸਪੀ ਆ। ਜਿਵੇਂ ਆਪਾਂ ਇੰਪੋਰਟਡ ਸੇਬ ਖਾਂਦੇ ਆ ਨਾ, ਉਹ ਜਿਹੜਾ ਵਾਸ਼ਿੰਗਟਨ ਦਾ ਆਉਂਦਾ ਰੈਡ ਡਿਲੀਸ਼ੀਅਸ, ਬਿਲਕੁਲ ਉਹਦੇ ਵਰਗਾ ਸਵਾਦ ਹੈ। ਜੂਸੀ ਹੈ, ਕ੍ਰਿਸਪੀ ਹੈ, ਜੂਸ ਦੇ ਲਈ ਵੀ ਤੁਸੀਂ ਵਰਤ ਸਕਦੇ ਹੋ, ਐਜ਼ ਆ ਫਰੈਸ਼ ਖਾ ਸਕਦੇ ਹੋ। ਮਤਲਬ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਤੁਸੀਂ ਕੁਝ ਮਤਲਬ ਬਕਬਕਾ ਜਿਹਾ ਸੇਬ ਖਾ ਰਹੇ ਹੋ, ਮਤਲਬ ਬਹੁਤ ਕਰੰਚੀ ਜਿਹਾ ਵਧੀਆ ਟੇਸਟ ਹੈ। ਤਾਂ ਬਿਲਕੁਲ ਜੀ, ਵੱਖੋ ਵੱਖਰੀਆਂ ਕਿਸਮਾਂ ਦੇਖਣ ਨੂੰ ਮਿਲਣੀਆਂ ਵੀਰੇ। ਇਸ ਤੋਂ ਇਲਾਵਾ ਵੀ ਕੋਈ ਅਜਿਹੀ ਚੀਜ਼ ਹੈ ਜਿਹੜੀ ਹੋਰ ਵੀ ਤੁਸੀਂ ਕੋਈ ਲੁਕੋ ਕੇ ਰੱਖੀ ਹੋਵੇ, ਨਾ ਪਤਾ ਹੋਵੇ ਉਸ ਚੀਜ਼ ਦੇ ਬਾਰੇ, ਜਾਂ ਲੋਕਾਂ ਨੂੰ ਵੀ ਉਸ ਚੀਜ਼ ਦੇ ਬਾਰੇ ਨਾ ਨੌਲੇਜ ਹੋਵੇ, ਕੁਛ ਇਦਾਂ ਦਾ ਵੀ ਹੈ ਇੱਥੇ? ਹਾਂ, ਇੱਕ ਸੁਰੀਨਾਮ ਚੈਰੀ ਹੈਗੀ ਆ, ਉਹ ਤੁਹਾਨੂੰ ਦਿਖਾ ਦਿੰਨਾ। ਆਜੋ। ਇਹ ਆ ਭਾਜੀ ਸੁਰੀਨਾਮ ਚੈਰੀ ਜੀ। ਤੇ ਤੁਸੀਂ ਆਹ ਦੇਖੋ, ਆਹ ਇਹਨੂੰ ਫਰੂਟਿੰਗ ਹੋ ਰਹੀ ਹੈ, ਇਹ ਚੈਰੀ ਲੱਗ ਰਹੀ ਹੈ। ਇਹ ਸਾਊਥ ਇੰਡੀਆ ਤੋਂ ਮੰਗਾਇਆ ਸੀਗਾ। ਅੱਛਾ ਜੀ। ਤੇ ਇਹ ਤਕਰੀਬਨ 5 ਸਾਲ ਪਹਿਲਾਂ ਲਾਇਆ ਸੀਗਾ, ਮਤਲਬ ਇੰਨਾ ਕੁ ਬੂਟਾ ਹੀ ਆਇਆ ਸੀ ਛੋਟਾ ਜਿਹਾ, 5-6 ਇੰਚ ਦਾ। ਤੇ ਹੁਣ ਇਸ ਟਾਈਮ ਆ ਚੈਰੀ ਲੱਗ ਰਹੀ ਹੈ। ਇਹ ਵੀ ਬਹੁਤ ਵਧੀਆ ਹੁੰਦੀ ਹੈ ਚੈਰੀ। ਅੱਛਾ ਜੀ। ਤੇ ਕਾਫੀ ਡਿਮਾਂਡਿੰਗ ਹੈ। ਆਨਲਾਈਨ ਇਹਦਾ ਪਹਿਲੀ ਗੱਲ ਤਾਂ ਬੂਟਾ ਮਿਲਦਾ ਨਹੀਂ, ਜੇ ਮਿਲਦਾ ਬਹੁਤ ਹੀ ਮਹਿੰਗਾ ਦਿੰਦੇ ਆ। ਕੀ ਰੇਟ ਕੀ ਹੈ ਵੀਰੇ ਇਸ ਚੀਜ਼ ਦਾ? ਇਹ ਜਦੋਂ ਮੈਂ ਬੂਟਾ ਇਹਦਾ ਲਿਆ ਸੀ, ਮੈਨੂੰ ਤਾਂ ਤਕਰੀਬਨ ਬਾਕੀ ਬੂਟਿਆਂ ਦੇ ਨਾਲ ਆਇਆ ਸੀ, ਮੈਨੂੰ ਤਾਂ 300-400 ਰੁਪਏ ਦਾ ਹੀ ਬੂਟਾ ਮਿਲਿਆ ਸੀਗਾ। ਪਰ ਆਨਲਾਈਨ ਕਈ ਨਰਸਰੀਆਂ ਇਹਨੂੰ 3-3 ਹਜ਼ਾਰ ਰੁਪਏ ਦਾ ਪਲਾਂਟ ਸੇਲ ਕਰ ਰਹੇ ਆ ਇਹਦਾ। ਤਾਂ ਫਰਕ ਹੈ ਜਿਹੜਾ ਮੈਨੂੰ ਲੱਗਦਾ ਜ਼ਮੀਨ ਅਸਮਾਨ ਤੋਂ ਵੀ ਜ਼ਿਆਦਾ ਹੈ। ਹਾਂਜੀ, ਇੰਨਾ ਜ਼ਿਆਦਾ ਫਰਕ। ਹਾਂ, ਮੈਨੂੰ ਇਹ ਸੀਗਾ, ਮੇਰੇ ਫਿਰ ਇਕੱਠੇ ਬੂਟੇ ਆਉਣੇ ਸੀ ਬਲਕ 'ਚ, ਉਹ ਫਿਰ ਗੱਡੀ ਵਿੱਚ ਆਉਣੇ ਸੀਗੇ। ਜਿਹੜੇ ਪ੍ਰਾਈਵੇਟ ਨਰਸਰੀ ਵਾਲੇ ਆ, ਉਹ ਇੱਕ ਦਾ ਬੂਟਾ ਨਰਸਰੀ ਕੋਰੀਅਰ ਰਾਹੀਂ ਭੇਜ ਦਿਓ, ਫਿਰ ਮਹਿੰਗਾ ਵੇਚਦੇ ਆ। ਤਾਂ ਫਲ ਦੀ ਜੇਕਰ ਗੱਲ ਕਰੀਏ, ਕਿੰਨੇ ਟਾਈਮ ਬਾਅਦ ਇਹਦਾ ਫਲ ਆਉਂਦਾ ਤੇ ਉਹਦਾ ਕੀ ਰੇਟ ਹੁੰਦਾ ਫਿਰ? ਇਹਦਾ ਜੀ ਕੋਈ ਆਈਡੀਆ ਨਹੀਂ ਹੈ, ਮੇਰੇ ਕੋਲ 5 ਸਾਲ ਬਾਅਦ ਫਰੂਟ ਆਇਆ ਤੇ ਇਹ ਪਹਿਲਾ ਫਰੂਟ ਹੈ। ਐਤਕੀ ਇਹਦਾ ਟਰਾਈ ਕਰਾਂਗੇ, ਜੇ ਤਾਂ ਵਧੀਆ ਰਿਹਾ, ਕਮਰਸ਼ੀਅਲੀ ਅਡੈਪਟ ਹੁੰਦਾ, ਫਿਰ ਹੁਣ ਗਾਹਾਂ ਇਹਦੇ ਤੋਂ ਬੂਟੇ ਤਿਆਰ ਕਰਕੇ ਦੇਖਾਂਗੇ ਕਮਰਸ਼ੀਅਲੀ ਵਾਇਬਲ ਹੈ ਕਿ ਨਹੀਂ ਹੈ। ਜੀ ਬਿਲਕੁਲ। ਬਾਕੀ ਨਾਲ ਆੜੂ ਵਗੈਰਾ, ਲਗਾਠਾਂ ਵਗੈਰਾ ਤਾਂ ਲੱਗੀਆਂ ਹੀ ਹੋਈਆਂ। ਬਿਲਕੁਲ ਬਿਲਕੁਲ। ਚਲੋ, ਤਾਂ ਆਮ ਇੱਕ ਫਸਲ ਕਹਿ ਸਕਦੇ ਆ ਪੰਜਾਬ ਦੇ ਵਿੱਚ ਹੁੰਦੇ ਬੂਟੇ। ਆ ਲੀਚੀ ਦੇ ਬੈਕ ਸਾਈਡ ਇੱਕ ਪੀਨਟ ਬਟਰ ਫਰੂਟ ਹੈ, ਆ ਤਾਂ ਮਿੱਠੇ ਦਾ ਆ ਗਿਆ। ਇਹਦੇ ਥੱਲੇ ਦੀ ਆ ਲੱਗਿਆ ਪੀਨਟ ਬਟਰ ਫਰੂਟ ਜੀ। ਇਹ ਕੇਰਲਾ ਤੋਂ ਮੰਗਾਇਆ ਸੀ ਇਹ ਵੀ ਪਲਾਂਟ। ਅੱਛਾ ਜੀ। ਤੇ ਇਹ ਵੀ ਬਹੁਤ ਵਧੀਆ ਚੱਲ ਰਿਹਾ।
ਤੇ ਇਹਨੂੰ ਵੀ ਪਿਛਲੇ ਸਾਲ ਫਲਾਵਰਿੰਗ ਆਈ ਸੀ ਤੇ ਇਸ ਸਾਲ ਫਰੂਟ ਐਕਸਪੈਕਟਡ ਹੈ ਇਹਦੇ ਤੋਂ। ਇਹ ਵੀ ਬੂਟਾ ਵਧੀਆ ਚੱਲ ਰਿਹਾ ਜੀ। ਇਹਦਾ ਟੇਸਟ ਨਾ ਪੀਨਟ ਬਟਰ ਵਰਗਾ ਹੁੰਦਾ, ਜਿਵੇਂ ਅੰਦਰੋਂ ਪੀਨਟ ਬਟਰ ਖਾਂਦੇ ਆ ਨਾ ਆਪਾਂ, ਉਹੋ ਜਿਹਾ ਟੈਕਸਚਰ ਹੈ ਤੇ ਉਹੋ ਜਿਹਾ ਹੀ ਟੇਸਟ ਹੈ। ਹਾਂ, ਇਹ ਮਿਕਸ ਕ੍ਰੌਪ ਹੈ ਸਾਰੀ ਤੇ ਇਹ ਕੱਲਾ ਡਰੈਗਨ ਲੱਗਣਾ। ਇਹ ਟ੍ਰੈਲਿਸ ਸਿਸਟਮ ਕਹਿੰਦੇ ਆ। ਇਹਦੇ ਵਿੱਚ ਜਿਵੇਂ ਆਪਣੇ ਕੋਲ ਜਗ੍ਹਾ ਜਿਹੜੀ ਵਿਚਾਲੇ ਬਚਦੀ ਉੱਥੇ ਆਪਾਂ ਹੋਰ ਵੀ ਚੀਜ਼ਾਂ ਉਹ ਲਾ ਸਕਦੇ, ਜਿਵੇਂ ਐਤਕੀ ਸਾਡਾ ਹਲਦੀ ਲੱਗ ਸਕਦੀ ਆ। ਜਿਵੇਂ ਐਤਕੀ ਅਸੀਂ ਸਟ੍ਰਾਬੇਰੀ ਦਾ ਟਰਾਇਲ ਕੀਤਾ ਤੇ ਜੇ ਸਟ੍ਰਾਬੇਰੀ ਸਾਡੀ ਮੇਰੀ ਵਧੀਆ ਰਹੀ ਹੈ ਐਤਕੀ, ਤੇ ਇਸ ਸਾਲ ਹੁਣ ਸਤੰਬਰ ਦੇ ਵਿੱਚ ਅਕਤੂਬਰ ਦੇ ਵਿੱਚ ਇੰਪਲੀਮੈਂਟ ਕਰਾਂਗੇ। ਜਿੰਨੀ ਵੀ ਆਪਣੀ ਜਗ੍ਹਾ ਹੈਗੀ ਹੈ ਸਾਰੇ ਦੇ ਵਿੱਚ ਇੰਟਰਕ੍ਰੌਪ ਸਟ੍ਰਾਬੇਰੀ ਕਰਨੀ ਹੈ। ਤਾਂ ਇਸ ਤੋਂ ਇਲਾਵਾ ਵੀਰੇ ਜੇਕਰ ਗੱਲ ਕਰੀਏ ਤਾਂ ਸਟ੍ਰਾਬੇਰੀ ਵੀ ਹੁਣ ਨਜ਼ਰ ਆ ਰਹੀ ਹੈ ਔਰ ਕਿਨੂਆ ਦਾ ਬਾਗ ਹੈ, ਇਹਦੇ ਵਿੱਚ ਵੀ ਤੁਸੀਂ ਵੱਖਰੀਆਂ ਵੈਰਾਈਟੀਆਂ ਜਿਹੜੀਆਂ ਲਗਾਈਆਂ ਹੋਈਆਂ ਨੇ। ਇਹਦੇ ਵਿੱਚ ਜੀ ਜਿਵੇਂ ਕਿੰਨੂ ਹੈ, ਇੱਧਰ ਆ ਖਜੂਰ ਲੱਗੀ ਹੋਈ ਆ। ਇਹ ਬਰੀ ਵੈਰਾਈਟੀ ਆ ਜਿਹੜੀ ਫਰੈਸ਼ ਡੇਟਸ ਹੁੰਦੀਆਂ, ਯੈਲੋ ਗਲੀਆਂ। ਇਹ ਗੁਜਰਾਤ ਤੋਂ ਆਏ ਸੀ ਬੂਟੇ। ਬਾਕੀ ਆ ਸਾਡਾ ਸਟ੍ਰਾਬੇਰੀ ਦਾ ਟਰਾਇਲ ਸੀਗਾ। ਇਹਦਾ ਟਰਾਇਲ ਅਸੀਂ ਤਾਂ ਕੀਤਾ ਸੀਗਾ, ਸਾਨੂੰ ਇਹ ਸੀਗਾ ਕਿ ਜੇ ਕਾਮਯਾਬ ਰਹਿੰਦਾ ਤਾਂ ਅਸੀਂ ਡਰੈਗਨ ਦੇ ਵਿੱਚ ਇਹਦੀ ਇੰਟਰ ਕਲਟੀਵੇਸ਼ਨ ਕਰ ਲਈਏ, ਕਿ ਡਰੈਗਨ ਦੇ ਵਿੱਚ ਜਿਹੜੀ ਜਗ੍ਹਾ ਵਿਹਲੀ ਪਈ ਹੈ, ਹਾਂਜੀ, ਕਿਉਂਕਿ ਅਕਤੂਬਰ ਦੇ ਨਵੰਬਰ ਦੇ ਵਿੱਚ ਡਰੈਗਨ ਨੇ ਖਤਮ ਹੋ ਜਾਣਾ ਤੇ ਅਕਤੂਬਰ ਦੇ ਵਿੱਚ ਸਟ੍ਰਾਬੇਰੀ ਲੱਗ ਜਾਣੀ, ਨਵੰਬਰ ਚੋਂ ਸਟ੍ਰਾਬੇਰੀ ਸ਼ੁਰੂ ਹੋ ਜਾਣੀ ਹੈ। ਤਾਂ ਅਪ੍ਰੈਲ ਤੱਕ ਸਟ੍ਰਾਬੇਰੀ ਚੱਲਣੀ ਹੈ, ਫਿਰ ਮਈ ਜੂਨ ਚ ਡਰੈਗਨ ਫਿਰ ਸ਼ੁਰੂ ਹੋ ਜਾਣਾ। ਇਹਦੀ ਜਿਹੜਾ ਟਾਈਮਿੰਗ ਆ ਉਹ ਕਿੰਨੇ ਮੰਥ ਦੀ ਇਹਦੀ ਟਾਈਮਿੰਗ ਰਹਿੰਦੀ ਆ, ਕਦੋਂ ਇਹ ਲੱਗਦੀ ਆ ਤੇ ਕਦੋਂ ਕਹਿ ਸਕਦੇ ਆ ਕਿ ਇਹਦੀ ਫਸਲ ਆ ਜਿਹੜੀ ਉਹ ਕਟਾਈ ਵਾਲਾ ਸਮਾਂ ਹੁੰਦਾ ਜਾਂ ਤੁੜਾਈ ਦਾ ਸਮਾਂ? ਹਾਂਜੀ, ਸਟ੍ਰਾਬੇਰੀ ਜੀ ਜਦੋਂ ਆਪਾਂ ਲਾਉਨੇ ਆ ਸਤੰਬਰ ਦੇ ਮਿਡ ਚ ਲੱਗਦੀ ਆ ਜਾਂ ਅਕਤੂਬਰ ਦੇ ਪਹਿਲੇ ਹਫਤੇ। ਲਾਉਣ ਤੋਂ 60 ਦਿਨਾਂ ਬਾਅਦ ਇਹਦੀ ਪਹਿਲੀ ਤੁੜਾਈ ਚਾਲੂ ਹੋ ਜਾਂਦੀ ਆ ਤੇ ਇਹਦੀ ਤੁੜਾਈ ਜਿਹੜੀ ਹੁਣ ਤੁਸੀਂ ਦੇਖਦੇ ਪਏ ਹੋ ਆਪਣਾ ਅਪ੍ਰੈਲ ਚੱਲਦਾ ਪਿਆ ਤੇ ਅਪ੍ਰੈਲ ਦੇ ਐਂਡ ਤੱਕ ਇਹਦੀ ਪ੍ਰੋਡਕਸ਼ਨ ਆਉਣੀ ਹੈ। ਜਿਵੇਂ ਜਿਵੇਂ ਟਾਈਮ ਨੇੜੇ ਆਉਂਦਾ ਜਾਂਦਾ, ਗਰਮੀ ਵੱਧ ਹੋ ਜਾਂਦੀ, ਉਵੇਂ ਉਵੇਂ ਜਲਦੀ ਖਰਾਬ ਹੋਣ ਲੱਗ ਜਾਂਦੀ ਹੈ। ਇਸ ਲਈ ਇਹ ਜ਼ਿਆਦਾ ਜਿੰਨੀ ਸਟਾਰਟਿੰਗ 'ਚ ਆ ਜਾਵੇ ਉਨਾ ਸੋਹਣਾ ਰੇਟ ਦੇ ਜਾਂਦੀ ਹੈ। ਮੌਸਮ ਦਾ ਜਿਹੜਾ ਇਹਦੇ ਉੱਤੇ ਕਿੰਨਾ ਕੁ ਅਸਰ ਪੈਂਦਾ, ਜਿਵੇਂ ਜ਼ਿਆਦਾ ਮੀਂਹ ਪੈਂਦਾ ਵਾ ਜਾਂ ਜ਼ਿਆਦਾ ਗਰਮੀ ਦਾ ਤੁਸੀਂ ਜ਼ਿਕਰ ਕੀਤਾ, ਤਾਂ ਠੰਡ ਦੇ ਵਿੱਚ ਵੀ ਕੋਈ ਇਹਦਾ ਧਿਆਨ ਰੱਖਣਾ ਪੈਂਦਾ? ਠੰਡ ਦੇ ਵਿੱਚ ਇਹਦੇ 'ਚ ਜੀ ਇੱਕ ਲੋ ਟਨਲ ਬਣਦੀ ਹੈ। ਜਿਵੇਂ ਆ ਤੁਸੀਂ ਦੇਖ ਰਹੇ ਹੋ ਅਸੀਂ ਬਾਂਸ ਲਾਇਆ ਹੋਇਆ ਤੇ ਧਾਗੇ ਲਾਏ ਹੋਏ ਆ, ਇਹਦੇ ਤੇ ਲੋ ਟਨਲ ਬਣ ਜਾਂਦਾ, ਲਿਫਾਫਾ ਪੈ ਜਾਂਦਾ ਜਾਂ ਕੱਪੜਾ ਪੈ ਜਾਂਦਾ, ਜਿਹੜਾ ਕਿ ਇਹਨੂੰ ਸਰਦੀਆਂ 'ਚ ਅਸੀਂ ਰਾਤ ਨੂੰ ਢੱਕ ਦਿੰਦੇ ਆ, ਦਿਨੇ ਖੋਲ ਦਿੰਦੇ ਆ। ਗਰਮੀਆਂ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਪੈਂਦੀ, ਬਸ ਆ ਚਿੜੀਆਂ ਚੁੜੀਆਂ ਤੋਂ ਬਚਾਉਣ ਲਈ ਆ ਨੈੱਟ ਪਾਉਣਾ ਪੈਂਦਾ ਤੇ ਆ ਨੈੱਟ ਅਸੀਂ ਪਾਇਆ ਹੋਇਆ। ਬਾਕੀ ਤੁਸੀਂ ਦੇਖੋ ਸਟ੍ਰਾਬੇਰੀ ਤਾਂ ਬਹੁਤ ਸੋਹਣੀ ਹੁੰਦੀ ਹੈ ਜੀ। ਤਾਂ ਵੀਰੇ ਇੱਕ ਵੱਖਰੀ ਕਿਸਮ ਦੀਆਂ ਜਿਹੜੀਆਂ ਸਾਨੂੰ ਇੱਥੇ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ, ਔਰ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਵੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇੱਕੋ ਜਗ੍ਹਾ ਦੇ ਉੱਤੇ ਇੰਨੀਆਂ ਸਾਰੀਆਂ ਵੈਰਾਈਟੀਆਂ ਜਿਹੜੀਆਂ ਅਕਸਰ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਨੇ। ਤੇ ਜਾਂਦੇ ਜਾਂਦੇ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ, ਜਿਹੜਾ ਨੌਜਵਾਨ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਹੋਏਗਾ, ਕੋਈ ਕਿਸਾਨ ਦੇਖ ਰਿਹਾ ਹੋਏਗਾ ਜਿਹੜੇ ਝੋਨੇ ਤੋਂ ਜਾਂ ਫਿਰ ਹੋਰ ਜਿਹੜੀਆਂ ਆਪਣੀਆਂ ਫਸਲਾਂ ਨੇ ਜਿਹੜੀਆਂ ਅਸੀਂ ਇੱਕ ਪੱਕੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਜਿਨ੍ਹਾਂ ਦੀ ਖੇਤੀ ਕਰਦੇ ਹਾਂ, ਉਹਨਾਂ ਤੋਂ ਇਹਨਾਂ ਚੀਜ਼ਾਂ ਦੇ ਵੱਲ ਆਉਣਾ ਚਾਹੁੰਦਾ ਹੋਵੇ ਤਾਂ ਉਹ ਕਿੰਨਾ ਕੁ ਟਾਈਮ ਮੰਨ ਕੇ ਚੱਲੇ ਕਿ ਇੰਨਾ ਕੁ ਖਰਚਾ ਆਏਗਾ ਤਾਂ ਟਾਈਮ ਕਿੰਨਾ ਕੁ ਲੱਗੇਗਾ, ਔਰ ਜੇਕਰ ਉਹਨਾਂ ਦੇ ਲਈ ਕੋਈ ਤੁਹਾਡਾ ਮੈਸੇਜ ਹੋਵੇ ਕਿ ਹਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵਾ, ਕੋਈ ਮੈਸੇਜ ਤੁਹਾਡਾ ਨੌਜਵਾਨਾਂ ਤੋਂ? ਮੇਰਾ ਤਾਂ ਇਹੀ ਹੈ ਜੀ, ਆਪਣੇ ਲੋਕਲ ਬਾਗਬਾਨੀ ਅਫਸਰ ਨਾਲ ਮਿਲੋ ਤੇ ਉਹਨਾਂ ਨਾਲ ਮਿਲ ਕੇ ਤਾਲਮੇਲ ਬਣਾ ਕੇ ਥੋੜਾ ਜਿਹਾ ਕੰਮ ਸ਼ੁਰੂ ਕਰੋ। ਮੈਂ ਨਹੀਂ ਕਹਿੰਦਾ ਸੇਬ ਲਾਓ, ਮੈਂ ਨਹੀਂ ਕਹਿੰਦਾ ਡਰੈਗਨ ਲਾਓ, ਮੈਂ ਨਹੀਂ ਕਹਿੰਦਾ ਸਟ੍ਰਾਬੇਰੀ ਲਾਓ। ਨਾਖਾਂ ਚੱਲਦੀਆਂ, ਆੜੂ ਚੱਲਦਾ, ਉਹਨਾਂ ਦਾ ਸੋਹਣਾ ਠੇਕਾ ਮਿਲਦਾ। ਜੇ ਉਹਨਾਂ ਦਾ ਵੀ ਆਪਾਂ ਲਾ ਲਈਏ ਬਾਗ ਤਾਂ ਉਹਨਾਂ ਦੇ ਵੀ 3-3 ਲੱਖ ਰੁਪਇਆ, 2.5 ਲੱਖ ਰੁਪਇਆ ਠੇਕਾ ਮਿਲੀ ਜਾਂਦਾ। ਕਣਕ ਝੋਨੇ ਨਾਲੋਂ 100 ਦਰਜੇ ਵਧੀਆ, ਉਹ ਲਾਉਣਾ ਚਾਹੀਦਾ ਮੇਰੇ ਹਿਸਾਬ ਨਾਲ। ਤਾਂ ਵੀਰੇ ਲਾਸਟ ਸਵਾਲ ਮਾਫ ਕਰਨਾ, ਮੈਂ ਇੱਕ ਹੋਰ ਪੁੱਛ ਰਿਹਾ। ਇੱਕ ਚੀਜ਼ ਮੈਂ ਦਰਸ਼ਕਾਂ ਨੂੰ ਇੱਥੇ ਖਾਸ ਦੱਸਣੀ ਚਾਹੁੰਦਾ, ਵੀਰ ਐਡਵੋਕੇਟ ਨੇ ਤਾਂ ਵੀਰੇ ਤੁਸੀਂ ਵਕੀਲ ਹੋ, ਵਕੀਲ ਹੋ ਕੇ ਨਾਲ ਨਾਲ ਖੇਤੀ ਕਰ ਰਹੇ ਹੋ। ਅਕਸਰ ਅਸੀਂ ਦੇਖਿਆ ਜਿਹੜਾ ਬੰਦਾ ਜੌਬ ਕਰਦਾ ਨਾ ਉਹ ਕਹਿੰਦਾ ਵਾ ਕਿ ਖੇਤੀ ਨਹੀਂ ਕਰਨੀ, ਤੇ ਬਹੁਤ ਘੱਟ ਇਦਾਂ ਦੀਆਂ ਜਿਹੜੀਆਂ ਐਗਜ਼ਾਮਪਲਾਂ ਨੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਬੰਦਾ ਆਪਾਂ ਨੂੰ ਜੌਬ ਵਾਲਾ ਬੰਦਾ ਖੇਤੀ ਦੇ ਵਿੱਚ ਦੇਖੇ, ਤਾਂ ਉਹ ਵੀ ਪੈਸ਼ਨ ਨਾਲ ਨਾਲ ਚੱਲ ਰਿਹਾ ਵਾ, ਇੱਧਰ ਵੀ ਕੰਮ ਕਰ ਰਹੇ ਹੋ। ਤਾਂ ਇਹ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ ਤੇ ਫਿਰ ਸ਼ੌਂਕ ਕਿਹੜਾ ਵਾ ਜ਼ਿਆਦਾਤਰ ਇਹਨਾਂ? ਮੇਰਾ ਸ਼ੌਂਕ ਤਾਂ ਜੀ ਖੇਤੀ ਦਾ ਹੀ ਹੈ, ਸ਼ੁਰੂ ਤੋਂ ਸ਼ੌਂਕ ਫਰੂਟ ਪਲਾਂਟਸ ਦਾ ਰਿਹਾ ਤੇ ਉਸ ਕਰਕੇ ਵਕਾਲਤ ਦੇ ਵਿੱਚੋਂ ਫਿਰ ਟਾਈਮ ਕੱਢਦੇ ਸੀ ਵੀਕਐਂਡ ਤੇ ਜਾਂ ਛੁੱਟੀ ਵਾਲੇ ਦਿਨ ਜਾਂ ਸ਼ਾਮ ਨੂੰ ਬਾਗ 'ਚ ਆਉਂਦੇ ਸੀਗੇ। ਤੇ ਹੁਣ ਥੋੜਾ ਜਿਹਾ ਜ਼ਿਆਦਾ ਟਾਈਮ ਬਾਗ 'ਚ ਲੱਗ ਰਿਹਾ, ਇਸ ਕਰਕੇ ਹੁਣ ਸੋਚਦੇ ਪਏ ਆ ਕਿ ਸ਼ਾਇਦ ਵਕਾਲਤ ਛੱਡ ਕੇ ਪੂਰੀ ਟਾਈਮ ਫੁੱਲ ਟਾਈਮ ਖੇਤੀ 'ਚ ਹੀ ਆ ਜਾਈਏ। ਪਰ ਫਿਰ ਵੀ ਜੇ ਪ੍ਰੈਫਰੈਂਸ ਜੇ ਕਹੋਗੇ ਤਾਂ ਮੇਰੀ ਪਹਿਲੀ ਪ੍ਰੈਫਰੈਂਸ ਖੇਤੀ ਨੂੰ ਹੈ, ਕਿਉਂਕਿ ਜੇ ਖੇਤੀ ਨਹੀਂ ਹੈਗੀ ਤਾਂ ਫਿਰ ਇਨਸਾਨ ਦੀ ਹੋਂਦ ਹੀ ਹੈ ਨਹੀਂ ਜੀ। ਬਿਲਕੁਲ ਜੀ, ਔਰ ਇਹ ਚੀਜ਼ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਦਰਸ਼ਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਣਗੇ ਕਿ ਇੰਨੀਆਂ ਚੀਜ਼ਾਂ ਬੰਦਾ ਖੇਤੀ ਕਰ ਰਿਹਾ ਨਾ, ਕਿ ਇਸ ਦੇ ਵਿੱਚ ਕੀ ਸੱਚਾਈ ਹੈ ਜਾਂ ਕੀ ਨਹੀਂ, ਬਹੁਤ ਸਾਰੀਆਂ ਚੀਜ਼ਾਂ ਸਵਾਲ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕੋਈ ਵੀ ਕੰਮ ਸ਼ੁਰੂ ਕਰਨਾ ਤਾਂ ਸਵਾਲ ਪਹਿਲਾਂ ਆ ਜਾਂਦੇ ਆ ਨਾ, ਤਾਂ ਇਸੇ ਕਰਕੇ ਮੈਂ ਇਹ ਚੀਜ਼ ਤੁਹਾਡੇ ਤੋਂ ਕਨਫਰਮ ਕਰਨੀ ਚਾਹੁੰਦਾ ਸੀ ਕਿ ਹਾਂ ਵਾਕਿਆ ਇਹ ਚੀਜ਼ ਹੈ ਜਾਂ ਨਹੀਂ। ਤਾਂ
ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ ਔਰ ਵੀਰ ਦੇ ਵੱਲੋਂ ਬਹੁਤ ਵਧੀਆ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ। ਵੱਖੋ ਵੱਖਰੀਆਂ ਕਿਸਮ ਦੇ ਜਿਹੜੀਆਂ ਵੈਰਾਈਟੀਆਂ ਇੱਥੇ ਦੇਖਣ ਨੂੰ ਸਾਨੂੰ ਮਿਲੀਆਂ ਨੇ। ਜੇਕਰ ਕਿ ਤੁਹਾਡਾ ਸੁਝਾਅ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ। ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖ ਦੁਲੇ।